ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਪੰਜਾਬ ਮੇਲ USA TV। ਮੈਂ ਸੁਖਦੀਪ ਕੌਰ ਸੰਧੂ। ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਹੈ। ਪਹਿਲਾਂ ਪੇਸ਼ ਨੇ ਚੋਣਵੀਆਂ ਖਬਰਾਂ। ਸੀਐਮ ਚੰਨੀ ਦੇ ਵੱਲੋਂ ਪਟਿਆਲਾ ਯੂਨੀਵਰਸਿਟੀ ਦਾ 150 ਕਰੋੜ ਕਰਜ਼ਾ ਸਰਕਾਰ ਦੇ ਵੱਲੋਂ ਦੇਣ ਦਾ ਐਲਾਨ। ਕੁਆਂਟਸ ਦੀ ਮੈਲਬੌਰਨ ਤੋਂ ਦਿੱਲੀ ਸਿੱਧੀ ਉਡਾਨ 22 ਦਸੰਬਰ ਤੋਂ। ਹਾਈ ਕੋਰਟ ਦੇ ਨੋਟਿਸ ਤੇ ਰਾਜਾ ਵੜਿੰਗ ਦਾ ਵੱਡਾ ਐਲਾਨ, ਕਿਹਾ ਸੁਪਰੀਮ ਕੋਰਟ ਜਾਏਗੀ ਸਰਕਾਰ। ਅਮਰੀਕਾ ਆਉਣ ਵਾਲੇ ਲੋਕਾਂ ਦੇ ਲਈ ਲਾਜ਼ਮੀ ਹੋਏਗਾ ਟੀਕਾਕਰਨ। ਪੰਜਾਬ ਪਹੁੰਚੇ ਅਰਵਿੰਦ ਕੇਜਰੀਵਾਲ ਨੇ ਨਹੀਂ ਕੀਤਾ ਮੁੱਖ ਮੰਤਰੀ ਦੇ ਚਿਹਰੇ ਦਾ ਐਲਾਨ, ਸਵਾਲ ਤੋਂ ਵੱਟਿਆ ਟਾਲਾ। ਮਨੀਸ਼ਾ ਗੁਲਾਟੀ ਨੇ ਅਰਵਿੰਦ ਕੇਜਰੀਵਾਲ ਤੇ ਕੀਤਾ ਤਿੱਖਾ ਹਮਲਾ, ਕਿਹਾ ਪੈਸੇ ਦੇ ਕੇ ਔਰਤਾਂ ਦੀਆਂ ਵੋਟਾਂ ਖਰੀਦਣ ਦੀ ਹੋ ਰਹੀ ਹੈ ਕੋਸ਼ਿਸ਼। ਪਠਾਨਕੋਟ ਹਮਲੇ ਤੋਂ ਬਾਅਦ ਐਕਸ਼ਨ ਮੋਡ ਦੇ ਵਿੱਚ ਨਜ਼ਰ ਆਏ ਗ੍ਰਹਿ ਮੰਤਰੀ ਸੁਖਜਿੰਦਰ ਰੰਧਾਵਾ। ਸਿੱਖਿਆ ਮੰਤਰੀ ਪ੍ਰਗਟ ਸਿੰਘ ਦੇ ਘਰ ਦਾ ਘਿਰਾਓ ਕਰ ਰਹੇ ਅਧਿਆਪਕਾਂ ਦੀ ਪੁਲਿਸ ਨੇ ਕੀਤੀ ਕੁੱਟਮਾਰ। ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਗਨਾ ਰਣੌਤ ਖਿਲਾਫ ਦਰਜ ਕਰਵਾਈ FIR। ਹੁਣ ਖਬਰਾਂ ਵਿਸਥਾਰ ਦੇ ਨਾਲ। ਪਟਿਆਲਾ ਪੁੱਜੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਵਿੱਤੀ ਸੰਕਟ ਦੇ ਨਾਲ ਜੂਝ ਰਹੀ ਪੰਜਾਬੀ ਯੂਨੀਵਰਸਿਟੀ ਨੂੰ ਵੱਡੀ ਰਾਹਤ ਦਿੱਤੀ ਹੈ। ਮੁੱਖ ਮੰਤਰੀ ਚੰਨੀ ਨੇ ਐਲਾਨ ਕੀਤਾ ਹੈ ਕਿ ਪੰਜਾਬੀ ਯੂਨੀਵਰਸਿਟੀ ਦਾ 150 ਕਰੋੜ ਰੁਪਏ ਦਾ ਕਰਜ਼ਾ ਪੰਜਾਬ ਸਰਕਾਰ ਭਰੇਗੀ। ਉਹਨਾਂ ਨੇ ਨਾਲ ਹੀ ਕਿਹਾ ਹੈ ਕਿ ਯੂਨੀਵਰਸਿਟੀ ਨੂੰ ਹਰ ਮਹੀਨੇ 20 ਕਰੋੜ ਦੀ ਗ੍ਰਾਂਟ ਸਰਕਾਰ ਦੇ ਵੱਲੋਂ ਦਿੱਤੀ ਜਾਏਗੀ। ਉਹਨਾਂ ਨੇ ਦੱਸਿਆ ਹੈ ਕਿ ਸਿੱਖਿਆ ਦਾ ਨਵਾਂ ਮਾਡਲ ਪੇਸ਼ ਕਰਾਂਗੇ। ਕੇਜਰੀਵਾਲ ਦੇ ਵੱਲੋਂ ਕੱਸੇ ਨਕਲੀ ਕੇਜਰੀਵਾਲ ਦੇ ਤੰਜ ਦਾ ਜਵਾਬ ਦਿੰਦੇ ਹੋਏ ਚੰਨੀ ਨੇ ਕਿਹਾ ਹੈ ਕਿ ਅਸੀਂ ਕਿਸੇ ਦੀ ਨਕਲ ਨਹੀਂ ਬਲਕਿ ਆਪਣੀ ਲੀਕ ਤੇ ਕੰਮ ਕਰ ਰਹੇ ਹਾਂ। ਦੱਸਣਯੋਗ ਹੈ ਕਿ ਮੁੱਖ ਮੰਤਰੀ ਬਣਨ ਤੋਂ ਮਗਰੋਂ ਪਹਿਲੀ ਵਾਰ ਚਰਨਜੀਤ ਸਿੰਘ ਚੰਨੀ ਪਟਿਆਲਾ ਪੁੱਜੇ ਨੇ। ਉਹਨਾਂ ਨੇ ਪੁੱਜਣ ਤੋਂ ਪਹਿਲਾਂ ਜਿੱਥੇ ਪੰਜਾਬੀ ਯੂਨੀਵਰਸਿਟੀ ਦੇ ਬਾਹਰੋਂ ਪੁਲਿਸ ਨੇ ਲੱਖਾ ਸਿਧਾਣਾ ਨੂੰ ਹਿਰਾਸਤ ਦੇ ਵਿੱਚ ਲਿਆ, ਉੱਥੇ ਹੀ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਾ ਸਖਤ ਵਿਰੋਧ ਕੀਤਾ ਅਤੇ ਪੁਲਿਸ ਨੇ ਅਧਿਆਪਕਾਂ ਦੇ ਨਾਲ ਧੱਕਾ ਮੁੱਕੀ ਵੀ ਕੀਤੀ ਹੈ। ਪੰਜਾਬੀ ਯੂਨੀਵਰਸਿਟੀ ਦੇ ਵਿੱਚ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਪੁੱਜਣ ਤੋਂ ਪਹਿਲਾਂ ਲੱਖਾ ਸਿਧਾਣਾ ਯੂਨੀਵਰਸਿਟੀ ਦੇ ਗੁਰਤੇਜ ਸਿੰਘ ਬਹਾਦਰ ਹਾਲ ਦੇ ਵਿੱਚ ਪੁੱਜ ਗਿਆ, ਜਿਸ ਦੀ ਪਛਾਣ ਹੁੰਦਿਆਂ ਹੀ ਪੁਲਿਸ ਹਰਕਤ ਦੇ ਵਿੱਚ ਆਈ ਅਤੇ ਉਸ ਨੂੰ ਹਿਰਾਸਤ ਦੇ ਵਿੱਚ ਲੈ ਕੇ ਯੂਨੀਵਰਸਿਟੀ ਤੋਂ ਬਾਹਰ ਛੱਡ ਦਿੱਤਾ। ਆਸਟ੍ਰੇਲੀਆਈ 에ਅਰਲਾਈਨ ਕੁਆਂਟਸ ਨੇ ਆਪਣੇ ਇਤਿਹਾਸ ਦੇ ਵਿੱਚ ਪਹਿਲੀ ਵਾਰ ਮੈਲਬੌਰਨ ਤੋਂ ਦਿੱਲੀ ਉਡਾਨ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਕੋਰੋਨਾ ਕਾਰਨ ਲੱਗੀਆਂ ਪਾਬੰਦੀਆਂ ਦੇ ਵਿੱਚ ਵੱਡੀ ਢਿੱਲ ਦੇ ਮਗਰੋਂ ਆਵਾਜਾਈ ਦੇ ਵਿੱਚ ਭਾਰੀ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਜਿਸ ਦੇ ਕਾਰਨ ਨਵੇਂ ਸਿੱਧੇ ਰੂਟ ਸ਼ੁਰੂ ਕੀਤੇ ਜਾ ਰਹੇ ਨੇ। ਕੁਆਂਟਸ ਦੀ 22 ਦਸੰਬਰ ਤੋਂ ਸ਼ੁਰੂ ਹੋਣ ਵਾਲੀ ਇਹ ਉਡਾਨ ਸ਼ੁਰੂਆਤ ਦੇ ਵਿੱਚ ਵਾਇਆ ਦੱਖਣੀ ਆਸਟ੍ਰੇਲੀਆ ਦੇ ਸ਼ਹਿਰ ਐਡੀਲੇਡ ਤੋਂ ਹੋ ਕੇ ਸਿੱਧੀ ਦਿੱਲੀ ਆਏਗੀ ਅਤੇ ਵਾਪਸੀ ਸਿੱਧੀ ਦਿੱਲੀ ਤੋਂ ਮੈਲਬੌਰਨ ਹੋਏਗੀ। ਇਹ ਫਲਾਈਟ ਹਫ਼ਤੇ ਦੇ ਵਿੱਚ 4 ਦਿਨ ਚੱਲੇਗੀ। ਇਸੇ ਤਰ੍ਹਾਂ 6 ਦਸੰਬਰ ਤੋਂ ਸਿਡਨੀ ਤੋਂ ਦਿੱਲੀ ਵਾਇਆ ਡਾਰਵਿਨ ਦਾ ਰੂਟ ਐਲਾਨਿਆ ਗਿਆ ਹੈ। ਹੁਣ ਤੱਕ 에ਅਰ ਇੰਡੀਆ ਹੀ ਆਸਟ੍ਰੇਲੀਆ ਤੋਂ ਸਿੱਧੀ ਭਾਰਤ ਦੇ ਲਈ ਉਡਾਨ ਚਲਾ ਰਿਹਾ ਸੀ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਆਰਬਿਟ ਕੰਪਨੀਆਂ ਦੀਆਂ ਬੱਸਾਂ ਨੂੰ ਲੈ ਕੇ ਹਾਈ ਕੋਰਟ ਦੇ ਆਏ ਫੈਸਲੇ ਤੇ ਪ੍ਰਤੀਕਰਮ ਜ਼ਾਹਿਰ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਹਾਈ ਕੋਰਟ ਦਾ ਫੈਸਲਾ ਸਿਰ ਮੱਥੇ ਤੇ ਹੈ। ਜਿਨ੍ਹਾਂ ਬੱਸਾਂ ਨੂੰ ਛੱਡਣ ਦੇ ਲਈ ਕਿਹਾ ਗਿਆ ਹੈ ਉਹਨਾਂ ਨੂੰ ਛੱਡ ਦਿੱਤਾ ਜਾਏਗਾ। ਉਹਨਾਂ ਨੇ ਇਹ ਵੀ ਕਿਹਾ ਹੈ ਕਿ ਹਾਈ ਕੋਰਟ ਦੇ ਫੈਸਲੇ ਖਿਲਾਫ ਸੁਪਰੀਮ ਕੋਰਟ ਜਾਣ ਕੇ ਇਹ ਬੱਸਾਂ ਟੈਕਸ ਨਾ ਭਰਨ ਕਰਕੇ ਜ਼ਬਤ ਕੀਤੀਆਂ ਗਈਆਂ ਸਨ। ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਵੱਲੋਂ ਦਿੱਤੇ ਗਏ ਬਿਆਨ ਦੇ ਵਿੱਚ ਕਿਹਾ ਹੈ ਕਿ ਰਾਜਾ ਵੜਿੰਗ ਸਿਰਫ 1.5 ਮਹੀਨੇ ਦਾ ਮੰਤਰੀ ਆ, ਉਸ ਤੋਂ ਬਾਅਦ ਤਾਂ ਸੰਤਰੀ ਆ। ਦੇ ਜਵਾਬ ਦੇ ਵਿੱਚ ਟਰਾਂਸਪੋਰਟ ਮੰਤਰੀ ਨੇ ਕਿਹਾ ਹੈ ਕਿ ਮੈਂ ਤਾਂ ਪਹਿਲਾਂ ਵੀ ਸੰਤਰੀ ਸੀ ਅਤੇ ਹੁਣ ਵੀ ਸੰਤਰੀ ਹੀ ਹਾਂ ਅਤੇ ਮੈਂ ਆਪਣੇ ਆਪ ਨੂੰ ਮੰਤਰੀ ਨਹੀਂ ਸਮਝਦਾ। ਉਹਨਾਂ ਨੇ ਕਿਹਾ ਹੈ ਕਿ ਮੇਰਾ ਫਰਜ਼ ਹੈ ਕਿ ਮੈਂ ਜਿਸ ਕੁਰਸੀ ਤੇ ਬੈਠਾ ਹਾਂ ਉਸ ਦੇ ਨਾਲ ਨਿਆਂ ਕਰਾਂ। ਮੈਂ ਕੋਈ ਗਲਤ ਕੰਮ ਨਹੀਂ ਕਰ ਰਿਹਾ। ਬਠਿੰਡਾ ਵਿਖੇ ਹੀ ਬਾਦਲ ਕੰਪਨੀਆਂ ਦੀਆਂ ਬੱਸਾਂ ਦਾ 14 ਕਰੋੜ ਰੁਪਏ ਟੈਕਸ ਭਰਵਾਇਆ ਹੈ। ਪਿਛਲੇ ਕਰੋਨਾ ਕਾਲ ਦੌਰਾਨ ਵੀ ਇਹਨਾਂ ਨੂੰ 14 ਕਰੋੜ ਦਾ ਫਾਇਦਾ ਹੋਇਆ ਹੈ, ਜਦਕਿ ਆਮ ਲੋਕਾਂ ਨੂੰ ਕੁਝ ਵੀ ਫਾਇਦਾ ਨਹੀਂ ਹੋਇਆ ਹੈ। ਰਾਜਾ ਵੜਿੰਗ ਨੇ ਵੀ ਕਿਹਾ ਹੈ ਕਿ ਉਹ ਤਾਂ ਸਿਰਫ ਇਹ ਚਾਹੁੰਦੇ ਨੇ ਕਿ ਬੱਸਾਂ ਦਾ ਬਣਦਾ ਟੈਕਸ ਭਰਿਆ ਜਾਵੇ। 1 ਨੰਬਰ ਤੇ ਚੱਲਦੀਆਂ 3 ਬੱਸਾਂ ਬੰਦ ਕੀਤੀਆਂ ਜਾਣ। ਉਹਨਾਂ ਨੇ ਕਿਹਾ ਹੈ ਕਿ ਸੁਖਬੀਰ ਬਾਦਲ ਬੁਖਲਾਹਟ ਦੇ ਵਿੱਚ ਆ ਕੇ ਆਪਣੇ ਅਜਿਹੇ ਬਿਆਨ ਦੇ ਰਹੇ ਨੇ। ਉਹਨਾਂ ਨੇ 280 ਕਰੋੜ ਰੁਪਏ PRTC ਨੇ ਸਰਕਾਰ ਦਾ ਦੇਣਾ ਹੈ। ਹੁਣ ਸਰਕਾਰ ਦੀਆਂ ਏਜੰਸੀਆਂ ਦੀਆਂ ਬੱਸਾਂ ਨੂੰ ਕਿਵੇਂ ਫੜ ਸਕਦਾ ਹਾਂ? ਜੇਕਰ ਸੁਖਬੀਰ ਬਾਦਲ ਦੱਬ ਕੇ ਮਾਰ ਕੇ ਡਰਾਉਣਾ ਚਾਹੁੰਦਾ ਹੈ ਤਾਂ ਮੈਂ ਨਹੀਂ ਡਰਾਂਗਾ। ਇਸ ਦੇ ਨਾਲ ਹੀ ਰਾਜਾ ਵੜਿੰਗ ਨੇ ਕਰਤਾਰਪੁਰ ਲਾਂਘਾ ਖੋਲਣ ਤੇ ਪੰਜਾਬ ਸਰਕਾਰ, ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਨਵਜੋਤ ਸਿੰਘ ਸਿੱਧੂ ਦਾ ਧੰਨਵਾਦ ਵੀ ਕੀਤਾ ਹੈ, ਜਿਨ੍ਹਾਂ ਦੀ ਬਦੌਲਤ ਇਹ ਰਸਤਾ ਫਿਰ ਤੋਂ ਖੁੱਲ ਗਿਆ ਹੈ। ਦੇਖੋ ਸਟੇ ਤਾਂ ਕੋਈ ਨਹੀਂ ਹੋਇਆ। ਕੀ ਸਟੇ ਹੋਇਆ? ਉਹਨਾਂ ਨੇ ਕੀ ਕਿਹਾ ਕਿ ਬੱਸਾਂ ਛੱਡ ਦਿਓ। ਇਹ ਕਿਹਾ ਉਹਨਾਂ ਨੇ ਟੈਕਸ ਭਰਿਆ ਪਹਿਲਾਂ। ਜਦੋਂ ਅਸੀਂ ਉਹਨਾਂ ਦੀਆਂ ਬੱਸਾਂ ਇੰਪਾਊਂਡ ਕੀਤੀਆਂ, ਦੇ ਹੈਵ ਨਾਟ ਪੇਡ ਦਾ ਟੈਕਸ। ਇਸ ਕਰਕੇ ਉਹਨਾਂ ਦੀਆਂ ਬੱਸਾਂ
ਅਸੀਂ ਇੰਪਾਊਂਡ ਕੀਤੀਆਂ ਤੇ ਰੱਦ ਕਰਕੇ ਉਹਨਾਂ ਨੂੰ ਫੜੀਆਂ। 12 ਕਰੋੜ ਰੁਪਇਆ ਜਿਹੜਾ ਮੇਰਾ ਖਿਆਲ 13 ਤਰੀਕ ਨੂੰ, ਕੁਝ 13 ਨੂੰ ਫਿਰ ਕੁਝ 15 ਨੂੰ ਅਸੀਂ ਸੁਖਬੀਰ ਸਿੰਘ ਬਾਦਲ ਜਿਹੜਾ ਆਪਦੇ ਆਪ ਨੂੰ ਫੰਨੇ ਖਾਂ ਕਹਿੰਦਾ ਹੈ, ਉਹਦੇ ਤੋਂ ਪੈਸੇ ਭਰਾਏ। ਬਠਿੰਡੇ ਦੇ ਅੰਦਰ 2 ਕਰੋੜ ਰੁਪਇਆ ਮੈਂ ਰਾਜਧਾਨੀ ਦੇ ਅਗੇਂਸਟ ਭਰਾਇਆ ਹੁਸ਼ਿਆਰਪੁਰ ਦੇ ਅੰਦਰ। ਤੇ ਫਿਰ ਇਹ ਸਾਰਾ ਜਿਹੜਾ ਮਾਮਲਾ, ਮੈਂ ਕਿਹੜਾ ਉਹਨਾਂ ਦੀਆਂ ਬੱਸਾਂ ਫੜ ਕੇ ਕੋਈ ਆਪਦੀਆਂ ਬੱਸਾਂ ਚਲਾਉਣੀਆਂ ਸੀ, ਅਲਟੀਮੇਟਲੀ ਬੱਸਾਂ ਉਹਨਾਂ ਦੀਆਂ ਸੀ। ਮੈਨੂੰ ਤਾਂ ਕੋਈ ਇਤਰਾਜ਼ ਨਹੀਂ ਜੇ ਮਾਨਯੋਗ ਹਾਈ ਕੋਰਟ ਨੇ ਛੱਡਤੀਆਂ, ਲੇਕਿਨ ਵੱਡੇ ਬੰਦੇ ਸੀ, ਉਹਨਾਂ ਦੀ ਤਾਂ ਬੱਸ ਕਿਸੇ ਨੇ ਫੜੀ ਨਹੀਂ। ਲੇਕਿਨ ਟੈਕਸ ਨੂੰ ਦੇਖਦੇ ਹੋਏ ਅਸੀਂ ਉਹਨਾਂ ਦੇ ਇਹ ਬੱਸਾਂ ਫੜੀਆਂ ਸੀ, ਜਿਹੜਾ ਕਿ ਟੈਕਸ ਉਹਨਾਂ ਨੇ ਭਰ ਦਿੱਤਾ ਗਿਆ। ਠੀਕ ਹੈ, ਲੈ ਜਾਣ, ਬਟ ਜੇ ਫਿਰ ਟੈਕਸ ਨਾ ਦਿੱਤਾ ਤਾਂ ਫਿਰ ਫੜ ਕੇ ਅੰਦਰ ਦੇ ਦੇਣਗੇ। ਮੇਰੇ ਮੁਤਾਬਕ ਨਹੀਂ, ਇਹ ਗੱਲ ਔਨ ਰਿਕਾਰਡ ਹੈ, ਇਹ ਗੱਲ ਔਨ ਰਿਕਾਰਡ ਹੈ ਕਿ 12 ਤਰੀਕ ਨੂੰ ਜਿਹੜੀਆਂ ਬੱਸਾਂ ਉਹਨਾਂ ਦੀਆਂ ਉਦੋਂ ਪਹਿਲਾਂ ਇੰਪਾਊਂਡ ਕਰ ਰਹੇ ਸੀ ਅਸੀਂ, ਉਹ ਵਿਦਆਊਟ ਟੈਕਸ ਇੰਪਾਊਂਡ ਕਰ ਰਹੇ ਸਾਂ। ਜਿਹੜੀਆਂ ਬੱਸਾਂ ਹੁਣ ਉਹਨਾਂ ਨੂੰ ਛੱਡ ਦਿੱਤਨ ਜਾਣ ਦੇ ਹੁਕਮ ਜਾਂ ਸਟੇ ਹੋਇਆ, ਉਹਦੇ ਤੇ ਉਹਨਾਂ ਤੋਂ ਪਹਿਲਾਂ ਪੈਸੇ ਲੈ ਲਏ ਗਏ ਸਾਰੇ। ਉਹਨਾਂ ਨੇ OTP ਸਾਤੋਂ ਲਿਆ, ਸਾਡੇ RTA ਸਾਹਿਬਾਨਾਂ ਕੋਲੇ ਜਿਹੜਾ ਬੰਦਾ ਬਕਾਇਆ ਜਮ੍ਹਾਂ ਕਰਾਇਆ, ਜਿਹੜਾ ਕਿ 1 ਸਾਲ ਦੇ ਟੈਕਸ ਚੋਰ ਸੀ, ਉਹ ਅਸੀਂ ਟੈਕਸ ਲਿਆ। ਪਿਛਲੇ ਸਾਲ ਉਹਨਾਂ ਨੂੰ ਟੈਕਸ ਮਾਫ ਹੋ ਗਿਆ, ਟੈਕਸ ਅਸੀਂ ਲਿਆ ਆਪਦਾ। ਸੋ ਜਿਹੜੇ ਬੰਦੇ 12 ਕਰੋੜ ਦੇ ਡਿਫਾਲਟਰ ਹੋਣ, ਉਹ ਆਪਦੀ ਇਸ ਗੱਲ ਨੂੰ ਜਿੱਤ ਸਮਝਣ, ਤਾਂ ਮੈਂ ਸਮਝਦਾ ਕੋਈ ਜਿੱਤ ਨਹੀਂ ਹੈ। ਪਰ ਹਾਂ, ਮੈਂ ਇਹ ਜ਼ਰੂਰ ਸਮਝਦਾ ਸੀ ਵੀ ਇਹਨਾਂ ਚੋਰਾਂ ਦੇ ਉੱਤੇ ਕੋਈ ਨਾ ਕੋਈ ਹੋਰ ਕਾਰਵਾਈ ਹੋਣੀ ਚਾਹੀਦੀ ਹੈ। ਇਹ ਮਾਨਯੋਗ ਹਾਈ ਕੋਰਟ ਜਿਹੜਾ ਉਹਨਾਂ ਨੂੰ ਸਟੇ ਦਿੱਤਾ, ਕਿਉਂਕਿ ਵੱਡੇ ਲੋਕ ਹੈ, ਵੱਡੇ ਬੰਦੇ ਹੈ, ਵੱਡੇ ਹੱਥ ਹੈ, ਲੰਮੇ ਲੰਮੇ ਵਕੀਲ ਹੈ, ਲੰਮੇ ਲੰਮੇ ਹੱਥ ਹੈ। ਸੋ ਇਸ ਗੱਲ ਦਾ ਤਾਂ ਥੋੜ੍ਹਾ ਜਿਹਾ ਮਲਾਲ ਹੋਇਆ ਮਨ 'ਚ ਕਿ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ, ਉਹਨਾਂ ਦੀਆਂ ਬੱਸਾਂ ਛੱਡਣ ਦੇ ਆਰਡਰ ਤਾਂ ਦੇਣੇ ਹੀ ਨਹੀਂ ਚਾਹੀਦੇ। ਪਰ ਚਲੋ, ਹਾਈ ਕੋਰਟ ਤੋਂ ਤਾਂ ਉੱਪਰ ਅਸੀਂ ਲੋਕ ਨਹੀਂ ਹਾਂ। ਜੋ ਵੀ ਫੈਸਲਾ ਉਹਨਾਂ ਨੇ ਦੇਖਣਾ ਹੈ ਕਿ ਜਾਇਜ਼ ਹੈ, ਨਜਾਇਜ਼ ਹੈ, ਚੰਗਾ ਹੈ ਜਾਂ ਮਾੜਾ ਹੈ। ਪਰ ਅਸੀਂ ਟੈਕਸ ਦੇ ਵਿੱਚ ਅਸੀਂ ਕੋਈ ਨਜਾਇਜ਼ ਬੱਸਾਂ ਨਹੀਂ ਬੰਦ ਕੀਤੀਆਂ। ਅਮਰੀਕਾ ਦੇ ਰਾਸ਼ਟਰਪਤੀ ਜੋ ਬਾਈਡਨ ਸਰਹੱਦ ਪਾਰ ਤੋਂ ਆਉਣ ਵਾਲੇ ਸਾਰੇ ਲੋਕਾਂ, ਜਿਨ੍ਹਾਂ ਦੇ ਵਿੱਚ ਟਰੱਕ ਡਰਾਈਵਰ, ਸਰਕਾਰੀ ਅਤੇ ਐਮਰਜੈਂਸੀ ਸੇਵਾਵਾਂ ਅਧਿਕਾਰੀ ਸ਼ਾਮਿਲ ਨੇ, ਦੇ ਪੂਰੀ ਤਰ੍ਹਾਂ ਦੇ ਨਾਲ ਟੀਕਾਕਰਨ ਲਾਜ਼ਮੀ ਕਰ ਸਕਦੇ ਨੇ। ਇਹ ਨਿਯਮ 22 ਜਨਵਰੀ ਤੋਂ ਲਾਗੂ ਹੋ ਸਕਦਾ ਹੈ। ਬਾਈਡਨ ਪ੍ਰਸ਼ਾਸਨ ਇਸ ਸੰਬੰਧ ਵਿੱਚ ਜਲਦ ਹੀ ਕੋਈ ਐਲਾਨ ਕਰ ਸਕਦਾ ਹੈ। ਪ੍ਰਸ਼ਾਸਨ ਦੇ ਇੱਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਵਾਈਟ ਹਾਊਸ ਨੇ ਅਕਤੂਬਰ ਦੇ ਵਿੱਚ ਇਸ ਨਿਯਮ ਤੇ ਵਿਚਾਰ ਕੀਤਾ ਸੀ। ਇਹ ਨਿਯਮ ਦੇਸ਼ ਦੀ ਸਰਹੱਦ ਪਾਰ ਤੋਂ ਆਉਣ ਵਾਲੇ ਲੋਕਾਂ ਦੇ ਲਈ ਹੋਵੇਗਾ। ਅਧਿਕਾਰੀ ਨੇ ਦੱਸਿਆ ਹੈ ਕਿ ਕਿਸ਼ਤੀਆਂ ਦੁਆਰਾ ਪਹੁੰਚਣ ਵਾਲੀਆਂ ਜ਼ਰੂਰੀ ਸੇਵਾਵਾਂ ਦੇ ਵਿੱਚ ਵੀ ਕੰਮ ਕਰਨ ਵਾਲੇ ਲੋਕਾਂ ਨੂੰ ਵੀ ਪੂਰੀ ਤਰ੍ਹਾਂ ਦੇ ਨਾਲ ਟੀਕਾਕਰਨ ਦੀ ਲੋੜ ਹੁੰਦੀ ਹੈ। ਇਹ ਨਿਯਮ ਉਹਨਾਂ ਦੇ ਨਾਲ ਸੰਬੰਧਿਤ ਹੈ ਜੋ ਸੰਯੁਕਤ ਰਾਸ਼ਟਰ ਨਾਗਰਿਕ ਨਹੀਂ ਨੇ। ਅਮਰੀਕੀ ਨਾਗਰਿਕ ਅਤੇ ਸਥਾਈ ਨਿਵਾਸੀ ਪਹਿਲਾਂ ਜਾਰੀ ਦਿਸ਼ਾ ਨਿਰਦੇਸ਼ਾਂ ਦੇ ਅਨੁਸਾਰ ਦੇਸ਼ ਦੇ ਵਿੱਚ ਦਾਖਲ ਹੋ ਸਕਦੇ ਨੇ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰਾਂ ਮੁਤਾਬਿਕ US ਦੇ ਵਿੱਚ 47 ਮਿਲੀਅਨ ਬਾਲਗਾਂ ਨੂੰ ਅਜੇ ਤੱਕ COVID-19 ਵਿਰੋਧੀ ਟੀਕੇ ਨਹੀਂ ਲੱਗੇ ਨੇ। ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਆਗਾਮੀ ਵਿਧਾਨ ਸਭਾ ਚੋਣਾਂ ਦੇ ਲਈ ਪਾਰਟੀ ਦੇ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਦਾ ਨਾਂ ਐਲਾਨਣ ਤੋਂ ਫਿਲਹਾਲ ਟਾਲਾ ਵੱਟਦਿਆਂ ਆਖਿਆ ਹੈ ਕਿ ਬਾਕੀ ਸਿਆਸੀ ਪਾਰਟੀਆਂ ਤੋਂ ਪਹਿਲਾਂ ਆਪ ਦੇ ਵੱਲੋਂ ਮੁੱਖ ਮੰਤਰੀ ਦੇ ਉਮੀਦਵਾਰ ਦਾ ਨਾਂ ਐਲਾਨਿਆ ਜਾਏਗਾ। ਉਹਨਾਂ ਨੇ ਸਪਸ਼ਟ ਕੀਤਾ ਹੈ ਕਿ ਉਹ ਖੁਦ ਪੰਜਾਬ ਦੇ ਮੁੱਖ ਮੰਤਰੀ ਦੇ ਲਈ ਉਮੀਦਵਾਰ ਨਹੀਂ ਹੋਣਗੇ। ਇਸ ਮੌਕੇ ਤੇ ਉਹਨਾਂ ਅਧਿਆਪਕ ਵਰਗ ਦੇ ਲਈ 8 ਗਰੰਟੀਆਂ ਦਾ ਵੀ ਐਲਾਨ ਕੀਤਾ ਹੈ। ਇਹ ਐਲਾਨ ਅੱਜ ਇੱਥੇ ਪੱਤਰਕਾਰ ਸੰਮੇਲਨ ਦੌਰਾਨ ਕੀਤਾ ਗਿਆ ਹੈ। ਇਸ ਮੌਕੇ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਦੀ ਬੇਬਾਕੀ ਦੀ ਸ਼ਲਾਘਾ ਕੀਤੀ ਹੈ, ਜੋ ਮੁੱਖ ਮੰਤਰੀ ਦੇ ਨਾਲ ਬੈਠ ਕੇ ਕਹਿ ਰਹੇ ਹਨ ਕਿ ਲੋਕਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ। ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦੇ ਹੋਏ ਉਹਨਾਂ ਨੇ ਕਿਹਾ ਹੈ ਕਿ ਹਾਕਮ ਧਿਰ ਕਾਂਗਰਸ ਸਮੇਤ ਕਿਸੇ ਵੀ ਸਿਆਸੀ ਪਾਰਟੀ ਨੇ ਹੁਣ ਤੱਕ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਕਈ ਸੂਬਿਆਂ ਦੇ ਵਿੱਚ ਚੋਣਾਂ ਹੋਣ ਜਾ ਰਹੀਆਂ ਨੇ ਤੇ ਭਾਜਪਾ ਨੇ ਉੱਥੇ ਵੀ ਮੁੱਖ ਮੰਤਰੀ ਦੇ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਹੈ। ਉਹਨਾਂ ਨੇ ਕਿਹਾ ਹੈ ਕਿ ਆਪ ਦੇ ਵੱਲੋਂ ਇਹਨਾਂ ਸਾਰੀਆਂ ਸਿਆਸੀ ਪਾਰਟੀਆਂ ਤੋਂ ਪਹਿਲਾਂ ਮੁੱਖ ਮੰਤਰੀ ਦਾ ਉਮੀਦਵਾਰ ਐਲਾਨਿਆ ਜਾਏਗਾ। ਉਹਨਾਂ ਨੇ ਦੱਸਿਆ ਕਿ ਜੇਕਰ ਸੂਬੇ ਦੇ ਵਿੱਚ ਆਪ ਦੀ ਸਰਕਾਰ ਆਈ ਤਾਂ ਪੰਜਾਬ ਦਾ ਖਜ਼ਾਨਾ ਕਿਵੇਂ ਖਾਲੀ ਹੋਇਆ ਅਤੇ ਕਿਸਨੇ ਕੀਤਾ, ਇਸ ਦੀ ਜਾਂਚ ਜ਼ਰੂਰ कराई जाएगी। सबसे पहले हर पार्टी या तो सीएम कैंडिडेट डिक्लेयर करती है और या नहीं करती है। अगर करती है, सीएम कैंडिडेट डिक्लेयर करने के बाद चुनाव फिर ऊपर ही जा सकता है, वो फिर नीचे नहीं आ सकता, वो पीक पे ही जा सकता है। जो पार्टी चुनाव के पहले ये रणनीति बनाती है कि हम सीएम कैंडिडेट डिक्लेयर करेंगे, वो बिल्कुल चुनाव के करीब आने के ऊपर करती है, कोड लगने के करीब आने पे या कोड लगने के बाद करती है। मैं आपको उदाहरण देता हूँ, पिछली बार कैप्टन साहब को चुनाव 4 फरवरी को थे,
कैप्टन साहब को 1 हफ्ता पहले कांग्रेस ने सीएम कैंडिडेट डिक्लेयर किया था। अभी तक कांग्रेस पार्टी ने, रूलिंग पार्टी है पंजाब की, उन्होंने अपना सीएम क्या, वो नहीं बता रहे कि सिद्धू साहब बनेंगे, कि रंधावा बनेंगे, कि चन्नी साहब को ही कंटिन्यू करेंगे, वो अभी बता ही नहीं रहे। उधर उत्तर प्रदेश में चले जाओ, उत्तर प्रदेश में योगी साहब को उनके डिप्टी सीएम, 3 डिप्टी सीएम सारे कह रहे हैं जी इस बार सीएम कैंडिडेट नहीं करेंगे, हम तो लोटस पे, कमल पे चुनाव लड़ेंगे। उत्तर प्रदेश में बीजेपी का सीएम कैंडिडेट कौन होगा पता ही नहीं है। उत्तराखंड के अंदर बीजेपी का सीएम कैंडिडेट कौन होगा पता ही नहीं। कांग्रेस का सीएम कैंडिडेट कौन होगा, हरीश रावत होंगे कि उनके वो होंगे पता ही नहीं है। गोवा के अंदर चुनाव हो रहे हैं, गोवा के अंदर बीजेपी का सीएम कैंडिडेट, रोज बेचारा सीएम घूम रहा है, दिल्ली के चक्कर काट रहा है मेरे को सीएम। अभी किसी पार्टी ने डिक्लेयर नहीं किया। मैं आपको ये अश्योरेंस दे रहा हूं, बाकियों से पहले कर देंगे हम। आप अगर जिस दिशा में पूछ रहे हैं, केजरीवाल सीएम का कैंडिडेट नहीं है, मैं पहले भी कह चुका था। ਪੰਜਾਬ ਦੇ ਵਿੱਚ 18 ਸਾਲ ਤੋਂ ਉੱਪਰ ਹਰੇਕ ਔਰਤ ਦੇ ਖਾਤੇ ਦੇ ਵਿੱਚ ਹਰ ਮਹੀਨੇ 1000 ਰੁਪਏ ਪ੍ਰਤੀ ਮਹੀਨਾ ਦਿੱਤੇ ਜਾਣ ਦੇ ਬਿਆਨ ਤੇ ਪੰਜਾਬ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਤਿੱਖਾ ਹਮਲਾ ਕੀਤਾ ਹੈ। ਮਨੀਸ਼ਾ ਗੁਲਾਟੀ ਆਪਣੇ ਫੇਸਬੁੱਕ ਪੇਜ ਤੇ ਲਾਈਵ ਹੋ ਕੇ ਕੇਜਰੀਵਾਲ ਨੂੰ ਸਵਾਲ ਕਰਦੇ ਨੇ ਕਿ ਕੀ ਜਨਾਨੀਆਂ ਦੇ ਸਵੈਮਾਨ ਅਤੇ ਕਾਬਲੀਅਤ ਦੀ ਕੀਮਤ ਨੂੰ 1000 ਰੁਪਏ ਦੇ ਨਾਲ ਤੋਲਿਆ ਜਾ ਰਿਹਾ ਹੈ। ਮਨੀਸ਼ਾ ਗੁਲਾਟੀ ਨੇ ਕੇਜਰੀਵਾਲ ਤੇ ਤੰਜ ਕੱਸਦਿਆਂ ਸਵਾਲ ਕੀਤਾ ਹੈ ਕਿ ਕੀ ਕੇਜਰੀਵਾਲ ਨੇ ਦਿੱਲੀ ਦੀਆਂ ਜਨਾਨੀਆਂ ਨੂੰ ਹਰੇਕ ਮਹੀਨੇ 1000 ਰੁਪਏ ਦਿੱਤੇ ਨੇ। ਜੇਕਰ ਪੰਜਾਬ ਦੇ ਮੁੱਖ ਮੰਤਰੀ ਚੰਨੀ ਮੈਨੂੰ ਫੋਨ ਕਰਦੇ ਹਨ ਤਾਂ ਮੈਂ ਜਨਾਨੀਆਂ ਦੇ ਨਾਲ ਜੁੜੇ ਡਾਟਾ ਦੇ ਨਾਲ ਮਿਲਣ ਲਈ ਤਿਆਰ ਹਾਂ। ਮਨੀਸ਼ਾ ਗੁਲਾਟੀ ਨੇ ਕਿਹਾ ਕਿ ਸਿਆਸੀ ਪਾਰਟੀਆਂ ਔਰਤਾਂ ਨੂੰ ਉਹਨਾਂ ਦੀ ਸੁਰੱਖਿਆ, ਕਮਾਈ, ਨੌਕਰੀ ਆਦਿ ਦੀ ਵਚਨਬੱਧਤਾ ਦੇਣ ਦੀ ਬਜਾਏ ਉਹਨਾਂ ਨੂੰ ਮੁਫਤਖੋਰੀ ਦੇ ਸਮਾਨ ਦੇਣ ਦੇ ਵਾਅਦੇ ਕਰ ਰਹੀਆਂ ਨੇ ਤਾਂ ਕਿ ਉਹਨਾਂ ਨੂੰ ਵੋਟਾਂ ਮਿਲ ਸਕਣ। ਇਸ ਦੇ ਨਾਲ ਹੀ ਮਨੀਸ਼ਾ ਗੁਲਾਟੀ ਨੇ ਵੀ ਕਿਹਾ ਕਿ ਮੈਂ ਅਸਲੀ ਨਕਲੀ ਨੇਤਾ ਦੀ ਰਾਜਨੀਤੀ ਦੇ ਵਿੱਚ ਔਰਤ ਸਸ਼ਕਤੀਕਰਨ ਦੇ ਮੁੱਦੇ ਨੂੰ ਨੀਵਾ ਨਹੀਂ ਹੋਣ ਦਿਆਂਗੀ। ਨਾ ਹੀ ਮੈਂ ਇਹਨਾਂ ਲੀਡਰਾਂ ਦੇ 1000 ਰੁਪਏ ਵਾਲੇ ਮੁਫਤ ਦੇ ਜ਼ੁਮਲੇ ਦੇ ਨਾਲ ਔਰਤਾਂ ਦੀ ਇੱਜ਼ਤ ਘਟਣ ਦਿਆਂਗੀ। ਮੈਂ ਸਾਰੀਆਂ ਸਿਆਸੀ ਪਾਰਟੀਆਂ ਨੂੰ ਇਹੀ ਕਹਾਂਗੀ ਕਿ ਔਰਤਾਂ ਕੋਈ ਚੀਜ਼ ਜਾਂ ਵਿਸ਼ਾ ਨਹੀਂ ਨੇ, ਸਗੋਂ ਉਹ ਸਮਾਜ ਦੇ ਵਿੱਚ ਮਰਦ ਦੇ ਬਰਾਬਰ ਦੀਆਂ ਨਾਗਰਿਕ ਨੇ ਜੋ ਪੰਜਾਬ ਦਾ ਬਿਹਤਰ ਭਵਿੱਖ ਸਿਰਜਣ ਦੇ ਵਿੱਚ ਆਪਣੀ ਵੱਡੀ ਭੂਮਿਕਾ ਅਦਾ ਕਰ ਸਕਦੀਆਂ ਨੇ। ਚੁਣਾਵਾਂ ਦਾ ਆ ਗਿਆ ਟਾਈਮ ਕੋਲ, ਵਾਅਦਿਆਂ ਦੀ ਬੌਛਾਰ ਸ਼ੁਰੂ ਹੋ ਗਈ ਹੈ। ਕੱਲ ਦੀ ਗੱਲ ਕਰੀਏ, ਕੱਲ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਜੀ ਨੇ ਇੱਕ ਅਨਾਉਂਸਮੈਂਟ ਕੀਤੀ ਕਿ 1000 ਜੇ ਸਾਡੀ ਸਰਕਾਰ ਆਂਦੀ ਤੇ 1000 ਰੁਪਏ ਪਰ ਔਰਤ ਨੂੰ ਦਿੱਤਾ ਜਾਏਗਾ। ਤੇ ਅੱਜ ਇੱਕ ਸਵਾਲ ਪੰਜਾਬ ਸਟੇਟ ਵਿਮਨ ਕਮਿਸ਼ਨ ਤੁਹਾਨੂੰ ਪੁੱਛਣਾ ਚਾਹੁੰਦਾ ਹੈ ਕਿ ਕਿਆ ਔਰਤ ਦੇ ਇੱਕ ਸਵਾਭਿਮਾਨ, ਔਰਤ ਦੀ ਡਿਗਨਿਟੀ, ਔਰਤ ਨੂੰ 1000 ਰੁਪਏ ਨਾਲ ਆਕਿਆ ਜਾ ਰਿਹਾ ਹੈ, ਔਰਤ ਦੀ ਕਾਬਲੀਅਤ ਨੂੰ ਜਵਾਬ ਦੇਗਾ ਮੈਨੂੰ ਮੇਰਾ ਪੰਜਾਬ। मेरे फेसबुक पे जुड़ी हुई मेरी फैमिली, मेरा परिवार ਜਿਹੜਾ ਮੇਰੀ ਸਟਰੈਂਥ ਬਣਿਆ ਹੋਇਆ ਹੈ। ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਸਵੇਰ ਤੋਂ ਲੈ ਕੇ ਰਾਤ ਤੱਕ ਔਰਤਾਂ ਦੇ ਆਂਸੂ ਪੂੰਝਦਾ ਰਹਿੰਦਾ ਹੈ। ਕਮਿਸ਼ਨ ਇੱਥੇ ਬੈਠਾ ਹੋਇਆ ਪੂਰੀ ਕੋਸ਼ਿਸ਼ ਵਿੱਚ ਲੱਗਾ ਹੋਇਆ ਹੈ ਕਿ ਸਾਡੀ ਪੰਜਾਬ ਦੀ ਵੂਮਨ ਨੂੰ ਐਮਪਾਵਰ ਕਿਵੇਂ ਕੀਤਾ ਜਾਏ। ਐਮਪਾਵਰ ਕਹਿਣਾ ਪੋਲੀਟੀਕਲ ਪਾਰਟੀਆਂ ਦਾ ਹੁਣ ਇੱਕ ਤੋਲਦਾ 1000 ਰੁਪਏ ਕਿ ਔਰਤ ਨੂੰ 1000 ਰੁਪਏ ਨਾਲ ਆਕਿਆ ਜਾ ਸਕਦਾ ਹੈ। ਜਵਾਬ ਦੇਗਾ ਮੈਨੂੰ ਮੇਰਾ ਪੰਜਾਬ। ਮੇਰੀ ਫੇਸਬੁੱਕ ਬੋਲ ਤੇ ਤੁਸੀਂ ਦੱਸੋ ਕਿ ਔਰਤ ਦੇ ਸਵਾਭਿਮਾਨ ਦੀ ਕੀਮਤ 1000 ਰੁਪਏ, ਕਿ ਤੁਸੀਂ ਉਹਦੇ ਰੋਜ਼ਗਾਰ ਪਾ ਰਹੇ ਹੋ, ਕਿ ਉਹਨੂੰ ਐਮਪਾਵਰ ਕਰਨ ਪਾ ਰਹੇ ਹੋ, ਕੀ ਲੈ ਕੇ ਆ ਰਹੇ ਹੋ। ਸਾਰੀ ਪੋਲੀਟੀਕਲ ਪਾਰਟੀਆਂ ਦੇ ਜਿਹੜੇ ਮੈਨੀਫੈਸਟੋ ਆ ਰਹੇ ਨੇ ਉਹਦੇ ਵਿੱਚ 1.25 ਕਰੋੜ ਜਿਹੜਾ ਵੂਮਨ ਵੋਟ ਹੈ, पंजाब स्टेट विमेन कमीशन अपना रोल निभाए होएगा, अग्रेसिव होकर डिसाइड करेगा कि पंजाब दा औरतां दा वोट किन्नू जाना चाहिए, केड़ी पार्टी डिजर्व करदी है, औरतां दी सुरक्षा नू लेके संजीदा है ये की अपने मैनीफेस्टो विच औरतां नू लिया के आपां दसांगे। सानू पुछो आके, साडे कोल पॉलिटिकल पार्टियां दे नुमाइंदे एक दिन आके मेरी कमीशन दी चेयर दे नाल मेरे नाल बैठन आके चूड़ा पाइया कुड़ियां ते बुजुर्ग मातावां अज रो रहा मेरा पंजाब, मेरी पंजाब दी औरत की चाहिए नहीं चाहिए 1000 रुपया सानू। तुसी औरत दी सुरक्षा नू लेके गल करो, औरत दे रोजगार नू लेके गल करो कि औरत नू कित्थे देखदे हो, तुसी औरत नू समझिया की होया, औरत नू आख रहे हो ए लुभावने लारे दे के कि 1000 रुपया दांगे, नहीं चाहिए सानू तुहाडा 1000 रुपया। तुसी मोहल्ला क्लिनिक की गल कर रहे हो, नहीं चाहिए पंजाब में मोहल्ला क्लिनिक। पंजाब दे सरकारी हॉस्पिटल्स ने जड़े आम आदमी तक उन्हां दी अप्रोच बनाओ, जेडे साडे डॉक्टर एडहॉक ने उन्हां नू परमानेंट करो, नौकरियां लेके आओ। जेडी साडी बच्चियां नर्सिंग करके धक्के खा रहीआं ने उन्हां नू रोजगार दो। सानू मोहल्ला क्लिनिक नहीं चाहिए, साडी पंजाब दी जनता वास्ते रोजगार लेके आओ।
ਪੰਜਾਬ ਦੇ ਡਿਪਟੀ ਸੀਐਮ ਅਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਉਚੇਚੇ ਤੌਰ ਤੇ ਅੰਮ੍ਰਿਤਸਰ ਪਹੁੰਚੇ ਨੇ। ਬੀਤੇ ਦਿਨ ਪਠਾਨਕੋਟ ਦੇ ਵਿੱਚ ਹੋਏ ਗ੍ਰੇਨੇਡ ਹਮਲੇ ਨੂੰ ਲੈ ਕੇ ਸਭ ਤੋਂ ਪਹਿਲਾਂ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਐਸਐਸਪੀ ਤਰਨਤਾਰਨ ਅਤੇ ਡੀਜੀਪੀ ਦੇ ਨਾਲ ਅਹਿਮ ਮੀਟਿੰਗ ਕੀਤੀ ਹੈ। ਮੀਟਿੰਗ ਤੋਂ ਬਾਅਦ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦੇ ਹੋਏ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਸਾਰੇ ਸ਼ਹਿਰਾਂ ਦੇ ਵਿੱਚ ਸੁਰੱਖਿਆ ਨੂੰ ਲੈ ਕੇ ਸੀਸੀਟੀਵੀ ਕੈਮਰੇ ਲਗਾਏ ਜਾ ਰਹੇ ਨੇ। ਉਹਨਾਂ ਨੇ ਕਿਹਾ ਕਿ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਠੰਡ ਦਾ ਮੌਸਮ ਆ ਰਿਹਾ ਹੈ ਅਤੇ ਧੁੰਦ ਪੈਣ ਦਾ ਵੀ ਦਿਨ ਨੇੜੇ ਹੁੰਦੇ ਜਾ ਰਹੇ ਨੇ, ਜਿਸ ਦੇ ਚੱਲਦਿਆਂ ਪੰਜਾਬ ਪੁਲਿਸ ਦੇ ਵੱਲੋਂ ਆਪਣੀਆਂ ਹੱਦਾਂ ਦੇ ਅੰਦਰ ਪੈਟਰੋਲਿੰਗ ਹੋਰ ਵਧਾਈ ਜਾਏਗੀ। ਉਹਨਾਂ ਨੇ ਕਿਹਾ ਹੈ ਕਿ ਇਸ ਦੇ ਲਈ ਪੰਜਾਬ ਪੁਲਿਸ ਦੇ ਵੱਲੋਂ ਪੀਸੀਆਰ ਦੀਆਂ ਗੱਡੀਆਂ ਦੀ ਗਿਣਤੀ ਵੀ ਵਧਾਈ ਜਾ ਰਹੀ ਹੈ। ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਹੈ ਕਿ ਪੁਲਿਸ ਦੇ ਵੱਲੋਂ ਡਿਊਟੀ ਦੇ ਮਾਮਲੇ ਦੇ ਵਿੱਚ ਕੁਤਾਹੀ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤੀ ਜਾਏਗੀ। ਉਹਨਾਂ ਨੇ ਕਿਹਾ ਹੈ ਕਿ ਪੰਜਾਬ ਦੇ ਵਿੱਚ ਸਾਰੇ ਰੇਹੜੀ ਵਾਲਿਆਂ ਨੂੰ ਅਤੇ ਆਟੋ ਵਾਲਿਆਂ ਕੋਲ ਆਧਾਰ ਕਾਰਡ ਜਾਂ ਹੋਰ ਪਹਿਚਾਣ ਪੱਤਰ ਹੋਣੇ ਲਾਜ਼ਮੀ ਨੇ। ਜਿਹੜਾ ਵੀ ਰੇਹੜੀ ਚਾਲਕ ਇਹ ਪਹਿਚਾਣ ਪੱਤਰ ਆਪਣੇ ਕੋਲ ਨਹੀਂ ਰੱਖੇਗਾ ਉਸ ਦੇ ਖਿਲਾਫ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਸੁਖਜਿੰਦਰ ਸਿੰਘ ਰੰਧਾਵਾ ਨੂੰ ਇਹ ਸਵਾਲ ਪੁੱਛਿਆ ਗਿਆ ਕਿ ਅੱਜ ਕੇਜਰੀਵਾਲ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਇਹ ਕਹਿ ਕੇ ਗਏ ਨੇ ਕਿ ਕਾਂਗਰਸ ਦੇ 25 ਐਮਐਲਏ ਉਹਨਾਂ ਦੇ ਸੰਪਰਕ ਦੇ ਵਿੱਚ ਹਨ ਤੇ ਉਹ ਆਮ ਆਦਮੀ ਪਾਰਟੀ ਦੇ ਵਿੱਚ ਆਉਣ ਦੇ ਲਈ ਕਾਲੇ ਨੇ, ਪਰ ਉਹ ਆਪਣੀ ਪਾਰਟੀ ਅੰਦਰ ਕਚਰਾ ਜਮਾ ਨਹੀਂ ਕਰਨਾ ਚਾਹੁੰਦੇ। ਤਾਂ ਇਸੇ ਜਵਾਬ ਦੇ ਵਿੱਚ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਮੈਂ ਪਹਿਲਾਂ ਆਪਣੇ ਐਮਐਲਏ ਨੂੰ ਸੰਭਾਲੇ, ਬਾਅਦ ਵਿੱਚ ਕਾਂਗਰਸ ਦੇ ਐਮਐਲਏ ਆਪਣੀ ਪਾਰਟੀ ਦੇ ਵਿੱਚ ਸ਼ਾਮਿਲ ਕਰ ਲਵੇ। ਉਹਨਾਂ ਨੇ ਕਿਹਾ ਕਿ ਉਹਨਾਂ ਦੀ ਆਪਣੀ ਪਾਰਟੀ ਦੇ ਐਮਐਲਏ ਲਗਾਤਾਰ ਕਾਂਗਰਸ ਦਾ ਪੱਲਾ ਫੜ ਰਹੇ ਨੇ ਅਤੇ ਇਸ ਤੋਂ ਸ਼ਾਇਦ ਕੇਜਰੀਵਾਲ ਅਜੇ ਤੱਕ ਅਣਜਾਣ ਹੀ ਨਜ਼ਰ ਆ ਰਹੇ ਨੇ। ਬਾਰਡਰ ਏਰੀਆ ਦੇ ਜਿਹੜੇ ਬਾਰਡਰ ਸਾਡਾ ਜ਼ੋਨ ਹੈ ਇਹਦੀ ਔਰ ਜਲੰਧਰ ਇਹਨਾਂ ਦੇ ਦੋਨਾਂ ਦੀ ਇਕੱਠੀ ਜੁਆਇੰਟ ਮੀਟਿੰਗ ਸੱਦੀ ਤੇ ਨਾਲ ਹੀ ਐਸਐਸਪੀ ਤਰਨਤਾਰਨ ਜ਼ੋਨ ਵਾਈਜ਼ ਅਸੀਂ ਮੀਟਿੰਗ ਬੁਲਾਈ ਸੀ ਔਰ ਬਾਰਡਰ ਰੇਂਜ ਔਰ ਜਲੰਧਰ ਰੇਂਜ ਦੇ ਨਾਲ ਤਰਨਤਾਰਨ ਜਿਹੜਾ ਪਰਸੋਂ ਪਠਾਨਕੋਟ ਦੇ ਵਿੱਚ ਹੈਂਡ ਗ੍ਰਨੇਡ ਉੱਥੇ ਸੁੱਟ ਕੇ ਗਏ ਨੇ ਤੇ ਜਾਂ ਵੱਖ-ਵੱਖ ਥਾਵਾਂ ਤੇ ਜਿਹੜੇ ਹੈਂਡ ਗ੍ਰਨੇਡ ਜਾਂ ਟਿਫਨ ਬੰਬ ਜਿਹੜੇ ਨੇ ਉਹਨਾਂ ਨੂੰ ਰਿਕਵਰੀ ਹੋ ਰਹੀ ਆ। ਤੇ ਇਹਦੇ ਨਾਲ ਸਾਡੇ ਕ੍ਰਾਈਮ ਵਾਲੇ ਨੇ ਏਡੀਜੀਪੀ ਮਿਸਟਰ ਢੋਕੇ ਦਾ ਸਿਕਿਉਰਿਟੀ ਵਾਲੇ, ਲਾਅ ਐਂਡ ਆਰਡਰ, ਇੰਟੈਲੀਜੈਂਸ, BOI ਵਾਲੇ ਤੇ ਜੀ ਸਭ ਅਸੀਂ ਸਾਰਿਆਂ ਨੇ ਇਹਦੇ ਤੇ ਬੜੀ ਲੰਬੀ ਚੌੜੀ ਮੀਟਿੰਗ ਕੀਤੀ ਹੈ। ਮੇਰੇ ਤੋਂ ਪਹਿਲਾਂ ਵੀ 1 ਵਜੇ ਤੋਂ ਇਹਦੇ ਤੇ ਸਟੱਡੀ ਕਰ ਰਹੇ ਸੀ ਕਿ ਕੀ ਕਰਨਾ ਸੀ। ਉਹ ਤੇ ਇੱਕ ਮੈਕਸਿਮਮ ਇਹ ਕਰ ਰਹੇ ਹਾਂ ਕਿ ਜਿੰਨਾ ਬਾਰਡਰ ਡਿਸਟ੍ਰਿਕਟ ਹੈ, ਖਾਸ ਕਰਕੇ ਮੇਰੇ ਖਿਆਲ ਕੋਈ 550 ਕਿਲੋਮੀਟਰ ਸਾਡਾ ਇਹ ਬਾਰਡਰ ਦੇ ਨਾਲ ਨਾਲ ਅਸੀਂ ਬਣ ਜਾਂਦੇ ਹਾਂ। 100 ਕਿਲੋਮੀਟਰ ਤੋਂ ਤੁਹਾਡੇ ਅੰਮ੍ਰਿਤਸਰ ਰੂਰਲ ਦਾ ਤੇ 30 ਕਿਲੋਮੀਟਰ ਗੁਰਦਾਸਪੁਰ ਔਰ ਬਟਾਲਾ ਡਿਸਟ੍ਰਿਕਟ ਦਾ ਵਿੱਚ ਪੈ ਜਾਂਦਾ। ਇਸੇ ਤਰ੍ਹਾਂ ਹੀ ਪਠਾਨਕੋਟ ਦਾ ਪੈ ਜਾਂਦਾ। ਇਹ ਸਾਰਿਆਂ ਡਿਸਟ੍ਰਿਕਾਂ ਦਾ ਦੇਖ ਕੇ ਕਿ ਕਿਵੇਂ ਜਿਹੜੀ ਸਾਡੀ 3rd ਡਿਫੈਂਸ ਲਾਈਨ ਪੁਲਿਸ ਸਟੇਸ਼ਨ ਜਾਂ ਜਿਹੜੇ ਸਿਟੀਜ਼ ਨੇ ਉਹਨਾਂ ਦੇ ਵਿੱਚ ਕਿ ਕਿਵੇਂ CCTV ਪੁਲਿਸ ਸਟੇਸ਼ਨ ਤੁਹਾਡੇ ਬਾਰਡਰ ਦੇ ਜਿਹੜੇ ਸਾਡੀ 3rd ਡਿਫੈਂਸ ਲਾਈਨ ਜਾਂ 2nd ਡਿਫੈਂਸ ਲਾਈਨ ਉਹਨਾਂ ਸਾਰਿਆਂ ਬਾਰੇ ਰਿਵਿਊ ਕੀਤਾ ਗਿਆ ਤੇ ਨਾਲ ਹੀ ਇਹ ਕੀਤਾ ਕਿ ਜਿਹੜੀ ਸਿਕਿਉਰਿਟੀ ਐਡੀਸ਼ਨਲ ਸਿਕਿਉਰਿਟੀ ਚਾਹੀਦੀ ਆ ਉਹ ਡਿਸਟ੍ਰਿਕਟ ਵਾਈਜ਼ ਜਿਹੜੀ ਉਹਨਾਂ ਦੀ ਡਿਮਾਂਡ ਹੈ ਉਹਨੂੰ ਅਸੀਂ ਬਹੁਤ ਜਲਦੀ ਪੂਰੀ ਕਰ ਰਹੇ ਹਾਂ ਕਿ ਤਾਂ ਕਿ ਜਿਹੜੇ ਨਾਕੇ ਲੱਗਦੇ ਆ ਜਾਂ ਕੋਈ ਡਿਊਟੀ ਹੋਰ ਦੇਣੀ ਪੈਂਦੀ ਹੈ ਪੁਲਿਸ ਸ਼ਹਿਰਾਂ ਦੇ ਵਿੱਚ ਗਸ਼ਤ ਕਿਵੇਂ ਕਰਨੀ ਹੈ, ਕਿਵੇਂ ਉਹਨਾਂ ਨੂੰ ਦੇਖਣਾ, ਇਹਦੇ ਸਾਰੀਆਂ ਚੀਜ਼ਾਂ ਦੇ ਕਰਕੇ ਉਹਨਾਂ ਦੇ ਪੂਰਾ ਰਿਵਿਊ ਕੀਤਾ ਕਿ ਤਾਂ ਕਿ ਕੋਈ ਇਹੀ ਜਿਹੀ ਗੱਲ ਨਾ ਰਹਿ ਜਾਏ ਕਿ ਸਿਕਿਉਰਿਟੀ ਦੇ ਪੱਖੋਂ ਇਹ ਕੋਈ ਸਾਡੇ 'ਚ ਢਿੱਲ ਮੱਠ ਰਹੀ। ਅੱਜ ਪੰਜਾਬ ਦੇ ਵਿੱਚ 90,000 ਜਿਹੜੀ ਪੁਲਿਸ ਆ ਔਰ 10 ਤੋਂ 12,000 ਵਿੱਚ ਹੋਮਗਾਰਡ ਵੀ, ਤਕਰੀਬਨ ਲੱਖ ਜਿਹੜੇ ਸਾਡੇ ਕੋਲ ਪੁਲਿਸ ਦਾ ਮੁਲਾਜ਼ਮ ਆ। तो उन्होंने सारे की काउंटिंग करके उन्होंने कहा कि इन्हों दे दो। दूसरी जी सब तो वड्डी गल की है कि कोई भी पुलिस स्टेशन, कोई SSP, कोई SHO अपने आप किसी को कोई गनमैन नहीं देगा। ये जो कोई गनमैन मिलने किसी की सिक्योरिटी करनी है वो स्टेट लैवल पर उन्होंने सिक्योरिटी की जाएगी। BEd ਟੈਟ ਪਾਸ ਬੇਰੁਜ਼ਗਾਰ ਅਧਿਆਪਕਾਂ ਦੇ ਵੱਲੋਂ ਕੈਬਨਿਟ ਮੰਤਰੀ ਪ੍ਰਗਟ ਸਿੰਘ ਦੀ ਰਿਹਾਇਸ਼ ਦਾ ਘਿਰਾਓ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਇਹਨਾਂ ਅਧਿਆਪਕਾਂ ਨੂੰ ਪੁਲਿਸ ਨੇ 500 ਮੀਟਰ ਦੂਰੀ ਤੇ ਹੀ ਰੋਕ ਲਿਆ ਹੈ ਅਤੇ ਬੈਰੀਕੇਡ ਲਗਾ ਕੇ ਅੱਗੇ ਨਹੀਂ ਜਾਣ ਦਿੱਤਾ ਗਿਆ। ਇਸ ਦੌਰਾਨ ਅਧਿਆਪਕਾਂ ਅਤੇ ਪੁਲਿਸ ਦੇ ਵਿਚਕਾਰ ਧੱਕਾ ਮੁੱਕੀ ਸ਼ੁਰੂ ਹੋ ਗਈ ਹੈ। ਬੇਰੁਜ਼ਗਾਰ ਅਧਿਆਪਕਾਂ ਨੇ ਸਿੱਖਿਆ ਮੰਤਰੀ ਖਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ। ਦੱਸਣਯੋਗ ਹੈ ਕਿ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਅਧਿਆਪਕਾਂ ਦੇ ਵੱਲੋਂ ਸਿੱਖਿਆ ਮੰਤਰੀ ਪ੍ਰਗਟ ਸਿੰਘ ਦਾ ਘਿਰਾਓ ਕੀਤਾ ਜਾ ਰਿਹਾ ਹੈ। ਅਧਿਆਪਕ ਨੌਕਰੀ ਸੰਬੰਧੀ ਮੰਗਾਂ ਨੂੰ ਲੈ ਕੇ
ਸਿੱਖਿਆ ਮੰਤਰੀ ਦੇ ਘਰ ਦਾ ਘਿਰਾਓ ਕਰ ਰਹੇ ਨੇ। ਅਧਿਆਪਕਾਂ ਦਾ ਕਹਿਣਾ ਹੈ ਕਿ ਸਰਕਾਰ ਦੇ ਵੱਲੋਂ ਨੌਕਰੀਆਂ ਨੂੰ ਲੈ ਕੇ ਉਹਨਾਂ ਨੂੰ ਲਾਰੇ ਲਗਾਏ ਜਾ ਰਹੇ ਨੇ ਤੇ ਉਹਨਾਂ ਦੇ ਨਾਲ ਧੱਕਾ ਕੀਤਾ ਜਾ ਰਿਹਾ ਹੈ। ਬੀਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ ਦੇ ਸੂਬਾ ਪ੍ਰਧਾਨ ਸੁਖਜਿੰਦਰ ਸਿੰਘ ਢਿਲਵਾਂ ਨੇ ਕਿਹਾ ਹੈ ਕਿ ਪੰਜਾਬ ਦੇ ਬੇਰੁਜ਼ਗਾਰ ਪਿਛਲੇ 4.5 ਸਾਲ ਤੋਂ ਰੁਜ਼ਗਾਰ ਪ੍ਰਾਪਤੀ ਦੇ ਲਈ ਸੰਘਰਸ਼ ਕਰ ਰਹੇ ਨੇ ਅਤੇ ਪੰਜਾਬ ਸਰਕਾਰ ਆਪਣੀਆਂ ਅਸਫਲਤਾਵਾਂ ਤੇ ਪਰਦਾ ਪਾਉਣ ਦੇ ਲਈ ਬੇਰੁਜ਼ਗਾਰਾਂ ਦੇ ਨਾਲ ਅਜਿਹਾ ਵਰਤਾਅ ਕਰ ਰਹੀ ਹੈ ਅਤੇ ਸ਼ਾਂਤਮਈ ਤਰੀਕੇ ਦੇ ਨਾਲ ਚੱਲ ਰਹੇ ਸੰਘਰਸ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਪਰ ਚੌਥੇ ਸਿੱਖਿਆ ਮੰਤਰੀ ਆ ਚੁੱਕੇ ਨੇ, ਪਰ ਅਜੇ ਤੱਕ ਸਾਡੀਆਂ ਮੰਗਾਂ ਚੋਣ ਦੀਆਂ ਤਿਉਂ ਖੜੀਆਂ ਨੇ। ਅਸੀਂ ਚਾਹੁੰਦੇ ਹਾਂ ਕਿ ਸਾਨੂੰ ਕੁਝ ਵੀ ਅਜਿਹਾ ਨਾ ਕਰਨਾ ਪਵੇ ਜੋ ਸਾਡੀ ਹਰ ਰੋਜ਼ ਜਦੋਂ ਵੀ ਪ੍ਰੋਟੈਸਟ ਕਰਨ ਆਉਂਦੇ ਆ ਬੜੇ ਵੱਡੇ ਪੱਧਰ ਦੇ ਉੱਤੇ ਤਸ਼ੱਦਦ ਸਾਡੇ ਬੇਰੁਜ਼ਗਾਰਾਂ ਤੇ ਕੀਤਾ ਜਾਂਦਾ, ਸਾਡੀਆਂ ਲੜਕੀਆਂ ਤੇ ਬਹੁਤ ਵੱਡੇ ਪੱਧਰ ਤੇ ਤਸ਼ੱਦਦ ਕੀਤਾ ਜਾਂਦਾ। ਹੁਣ ਵੀ ਤੁਹਾਡੇ ਸਾਹਮਣੇ ਆ ਇੱਕ ਬੈਰੀਕੇਡ ਅਸੀਂ ਪਿਛਲਾ ਜਿਹੜਾ ਪਹਿਲਾਂ ਲੱਗਿਆ ਉਹ ਤੋੜ ਕੇ ਆਏ ਆਂਗੇ। ਉਸ ਤੋਂ ਬਾਅਦ ਸੈਕੰਡ ਬੈਰੀਕੇਡ ਤੇ ਇੱਥੇ ਧੱਕਾ ਮੁੱਕੀ ਸਾਡੇ ਨਾਲ ਅਲੱਗ ਚੱਲ ਰਹੀ ਆ, ਉੱਥੇ ਧੱਕਾ ਮੁੱਕੀ ਅਲੱਗ ਚੱਲ ਰਹੀ, ਜਿੱਥੇ ਸਾਡੇ ਬਹੁਤ ਸਾਰੇ ਸਾਥੀਆਂ ਦੇ ਹੱਥਾਂ ਦੇ ਵਿੱਚ ਜਿਹੜੀ ਬੈਰੀਕੇਡ ਤੇ ਤਾਰਾਂ ਲੱਗੀਆਂ ਉਹ ਵੀ ਵੱਜੀਆਂ ਨੇ, ਪਿਛਲੇ ਬੈਰੀਕੇਡ ਤੇ ਪੈਪਾਂ ਲੱਗੀਆਂ ਉਹ ਵੀ ਵੱਜੀਆਂ ਨੇ। ਬਹੁਤ ਸਾਰੇ ਬੇਰੁਜ਼ਗਾਰ ਸਾਡੇ ਹਰ ਪ੍ਰੋਟੈਸਟ ਤੇ ਫੱਟੜ ਹੁੰਦੇ ਆ, ਪਰ ਪੰਜਾਬ ਸਰਕਾਰ ਇਹਨਾਂ ਬੇਰੁਜ਼ਗਾਰਾਂ ਨੂੰ ਸੜਕਾਂ ਤੇ ਰੋਲਣ ਤੇ ਤੁਰੀ ਹੋਈ ਆ। ਪੰਜਾਬ ਸਰਕਾਰ ਇੱਕੋ ਕੰਮ ਕਰ ਰਹੀ ਆ, ਜਿਹੜਾ ਵੋਟ ਬੈਂਕ ਬਟੋਰਨ ਵਾਲਾ ਕੰਮ। ਕਿਉਂਕਿ 2022 ਬਿਲਕੁਲ ਨੇੜੇ ਆ, ਇਹਨਾਂ ਨੂੰ ਲੱਗਦਾ ਕਿ ਬਿਲਕੁਲ ਨੇੜੇ ਜਾ ਕੇ ਇਸ਼ਤਿਹਾਰ ਦੇ ਦਿਓ, ਭਰਤੀ ਨਾ ਕਰੋ, ਪਰ ਭਰਤੀ ਨੂੰ ਜਿਹੜੀ ਲਟਕਾ ਦਿੱਤਾ ਜਾਵੇ, ਜਿਵੇਂ ਕਿ ਈਟੀਡੀ ਦੀ ਭਰਤੀਆਂ ਦੋਨੇ ਲਟਕ ਰਹੀਆਂ ਨੇ। ਇਸੇ ਤਰੀਕੇ ਦੇ ਨਾਲ ਹੁਣ ਬੀਐਡ ਟੈਟ ਪਾਸ ਬੇਰੁਜ਼ਗਾਰ ਅਧਿਆਪਕ ਜਥੇਬੰਦੀ ਆਪਣੀਆਂ ਮੁੱਖ ਮੰਗਾਂ ਐਸਐਸਟੀ, ਮਾਤ ਭਾਸ਼ਾ ਪੰਜਾਬੀ ਤੇ ਹਿੰਦੀ ਤਿੰਨੇ ਸਬਜੈਕਟਾਂ ਦੀਆਂ 9000 ਪੋਸਟਾਂ ਦੀ ਮੰਗ ਨੂੰ ਲੈ ਕੇ ਲਗਾਤਾਰ ਜਲੰਧਰ ਦੇ ਵਿੱਚ ਪੱਕਾ ਮੋਰਚਾ ਅੰਤਰਰਾਜੀ ਬੱਸ ਸਟੈਂਡ ਜਲੰਧਰ ਦੇ ਵਿੱਚ ਸਾਡੇ ਦੋ ਸਾਥੀ ਮਨੀਸ਼ ਫਾਜ਼ਿਲਕਾ ਤੇ ਜਸਵੰਤ ਸਿੰਘ ਘਵਾਇਆ ਲਗਾਤਾਰ 28 ਅਕਤੂਬਰ ਤੋਂ ਟੈਂਕੀ ਦੇ ਉੱਪਰ ਨੇ। ਉਸ ਤੋਂ ਪਹਿਲਾਂ ਅਸੀਂ ਸਿੱਖਿਆ ਮੰਤਰੀ ਦੇ ਪੁਰਾਣੇ ਸੀ ਆਪਣਾ ਵਿਜੇਂਦਰ ਸਿੰਗਲਾ ਜੀ, ਉਹਦਾ 9 ਮਹੀਨੇ ਘਰਾਓ ਕਰਕੇ ਰੱਖਿਆ ਹੈਗਾ, ਪਰ ਉੱਥੋਂ ਸਾਨੂੰ ਕੁਝ ਨਹੀਂ ਮਿਲਿਆ। ਹੁਣ ਸਾਨੂੰ ਉਮੀਦ ਸੀ, ਪਰ ਇਹ ਸਿੱਖਿਆ ਮੰਤਰੀ ਵੀ ਉਹੀ ਗੱਲਾਂ ਕਰ ਰਹੇ ਆ, ਬਾਰ-ਬਾਰ ਗੋਲ-ਮੋਲ ਜਿਹੜੀਆਂ ਗੱਲਾਂ ਨੇ ਉਹ ਕੀਤੀਆਂ ਜਾ ਰਹੀਆਂ। ਕੰਗਣਾ ਰਣੌਤ ਦੀਆਂ ਮੁਸ਼ਕਲਾਂ ਫਿਰ ਤੋਂ ਵੱਧਦੀਆਂ ਦਿਖਾਈ ਦੇ ਰਹੀਆਂ ਨੇ। ਇੱਕ ਵਿਵਾਦਿਤ ਬਿਆਨ ਦੇਣ ਤੋਂ ਬਾਅਦ ਕੰਗਣਾ ਰਣੌਤ ਖਿਲਾਫ ਸਿੱਖ ਸੰਗਠਨ ਨੇ ਮੁਕੱਦਮਾ ਦਰਜ ਕਰਵਾਇਆ ਹੈ। ਇਹ ਮੁਕੱਦਮਾ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਰਜ ਕਰਵਾਇਆ ਹੈ। ਕੰਗਣਾ ਨੇ ਇਹ ਟਿੱਪਣੀ ਇੰਸਟਾਗ੍ਰਾਮ ਤੇ ਕੀਤੀ ਸੀ। ਦਿੱਲੀ ਦੇ ਮੰਦਰ ਮਾਰਗ ਥਾਣਾ ਦੇ ਸਾਈਬਰ ਸੈੱਲ ਦੇ ਵਿੱਚ ਕੰਗਣਾ ਖਿਲਾਫ ਕੇਸ ਦਰਜ ਕਰਵਾਇਆ ਗਿਆ ਹੈ। ਕੰਗਣਾ ਰਣੌਤ ਨੇ ਇੰਸਟਾਗ੍ਰਾਮ ਤੇ ਇਹ ਵਿਵਾਦਿਤ ਟਿੱਪਣੀ ਕੀਤੀ ਹੈ। ਖੇਤੀ ਕਾਨੂੰਨ ਵਾਪਸ ਲੈਣ ਤੋਂ ਬਾਅਦ ਕੰਗਣਾ ਨੇ ਲਿਖਿਆ ਹੈ ਕਿ ਖਾਲਿਸਤਾਨੀ ਅੱਤਵਾਦੀ ਅੱਜ ਸਰਕਾਰ ਦੇ ਹੱਥ ਮਰੋੜ ਰਹੇ ਹਨ, ਪਰ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਇੰਦਰਾ ਗਾਂਧੀ ਨੇ ਖਾਲਿਸਤਾਨੀਆਂ ਨੂੰ ਮੱਛਰ ਵਾਂਗ ਕੁਚਲਿਆ ਸੀ। ਇਕਲੌਤੀ ਮਹਿਲਾ ਪ੍ਰਧਾਨ ਮੰਤਰੀ ਨੇ ਖਾਲਿਸਤਾਨੀਆਂ ਨੂੰ ਆਪਣੀ ਜੁੱਤੀ ਹੇਠ ਕੁਚਲਿਆ ਗਿਆ ਸੀ। ਇਸ ਦੇ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਕਿੰਨਾ ਵੀ ਦਰਦ ਹੋਇਆ ਹੋਵੇਗਾ, ਪਰ ਉਹਨਾਂ ਨੇ ਦੇਸ਼ ਦੇ ਟੁਕੜੇ ਨਹੀਂ ਹੋਣ ਦਿੱਤੇ। ਅੱਜ ਵੀ ਉਹਨਾਂ ਦੇ ਨਾਂ ਤੋਂ ਕੰਬਦੇ ਹਨ, ਉਹਨਾਂ ਨੂੰ ਉਸੇ ਤਰ੍ਹਾਂ ਗੁਰੂ ਦੀ ਲੋੜ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕੰਗਣਾ ਰਣੌਤ ਦੇ ਖਿਲਾਫ ਬੇਹੱਦ ਇਤਰਾਜ਼ਯੋਗ ਸੋਸ਼ਲ ਮੀਡੀਆ ਪੋਸਟ ਪਾਉਣ ਤੇ ਉਸ ਦੇ ਖਿਲਾਫ ਫੌਜਦਾਰੀ ਸ਼ਿਕਾਇਤ ਦਰਜ ਕਰਵਾਈ ਹੈ। ਸਿਰਸਾ ਨੇ ਕਿਹਾ ਹੈ ਕਿ ਕੰਗਣਾ ਰਣੌਤ ਨੂੰ ਸੁਰੱਖਿਆ ਦੀ ਥਾਂ ਪਾਗਲਖਾਨੇ ਭੇਜਣਾ ਚਾਹੀਦਾ ਹੈ। ਉਹਨਾਂ ਨੇ ਕਿਹਾ ਹੈ ਕਿ ਸਿੱਖਾਂ ਨੂੰ ਨਾ ਤਾਂ ਕੋਈ ਮਸਲ ਸਕਿਆ ਹੈ ਤੇ ਨਾ ਹੀ ਕਿਸੇ ਮਾਂ ਨੇ ਅਜਿਹਾ ਕੋਈ ਪੈਦਾ ਕੀਤਾ ਹੈ। ਜਿਸ ਦਿਨ ਸਾਡੇ ਲੋਕਾਂ ਦਾ ਸਬਰ ਟੁੱਟ ਗਿਆ ਤਾਂ ਕੌਣ ਕਿੱਥੇ ਕੁਚਲਿਆ ਜਾਵੇਗਾ ਕਿਸੇ ਨੂੰ ਪਤਾ ਵੀ ਨਹੀਂ लगेगा। कंगना रनावत जो बार बार कभी किसानों के ऊपर, कभी देश के ऊपर, कभी देश की आज़ादी को लेकर, कभी हमारी माताओं बहनों के ऊपर और अब सिखों के ऊपर ये कह के हमला किया कि जो किसानी तीनों बिल देश के प्रधानमंत्री जी ने वापस लिए, ये कहा कि उसकी बाजू मरोड़कर खालिस्तानी आतंकवादियों ने ये बिल वापस कराए। ये देश की सबसे ऊंची गरिमा वाला स्थान जो है प्रधानमंत्री जी कुर्सी, उसका भी बहुत बड़ी ये उनके खिलाफ बोलना या उनकी गरिमा के खिलाफ बोलना। और साथ में ये भी कहा इन लोगों को, जो फॉर्मर प्राइम मिनिस्टर थे इंदिरा गांधी, उसने पैरों के नीचे कुचला था, इनको मच्छर की तरह मसला गया था और आज भी इनके बच्चे जो हैं उसके नाम से डरते हैं और उनको ऐसा ही गुरु चाहिए। ये सारी बातें हमने कंप्लेंट के माध्यम से दिल्ली के अंदर भी और महाराष्ट्र जहाँ पे वो रहती है जिस पुलिस स्टेशन में, कल हम खार पुलिस स्टेशन में गए थे, मैं, सरदार सर्वजीत सिंह विर्क जी और सरदार गुरदेव सिंह जी और बीबी रंजीत कौर जी,
हमने जाके वहाँ के गृह मंत्री से भी मुलाकात करी थी, हमने उनको सब तथ्यों से अवगत कराया। वहाँ के जॉइंट कमिश्नर ऑफ पुलिस, एडिशनल कमिश्नर ऑफ पुलिस, डिप्टी कमिश्नर ऑफ पुलिस और वहाँ के सीनियर इंस्पेक्टर सबसे तथ्य दिए। और आज उन्होंने हमें सुबह बताया कि वो मुकदमे के लिए आदमी भेजे, वो दर्ज कर रहे हैं। और आज उन्होंने मलार पुलिस, वहीं उस पुलिस स्टेशन, खार पुलिस स्टेशन के अंदर FIR नंबर 725/2021 जो कि सेक्शन 295A के तहत मुकदमा आज उन्होंने दर्ज किया है। आज बार बार समझाने के बावजूद भी जब कंगना रनौत नहीं मानी तो हम मजबूरन होकर हमें ये कार्रवाई करनी पड़ी। हमने वीडियो के माध्यम से उसके माता पिता जी से भी आग्रह किया था कि आपको अपने बच्ची को समझाना चाहिए, या तो ये नशे करती है या मानसिक तौर पर इसका संतुलन बिगड़ा हुआ है, तो भी इसका अच्छे डॉक्टर से इलाज कराओ, अस्पताल में भेजो। और अगर जानबूझकर ये ऐसा जहर फैला रही है जिससे कम्युनल हेट हो, एक दूसरे के धर्म के प्रति बुरा बोलकर, तो पुलिस को इसको जेल भेजना चाहिए। हमें उम्मीद है कि पुलिस अब इसको अरेस्ट कराकर इसका मेंटल बैलेंस देखे। अगर वाकई इसको साइकेट्रिस्ट जुस्ट है तो इसको हॉस्पिटल दाखिल कराए, नहीं तो इसको जेल भेजें। लेकिन ये कानूनी कार्रवाई जो है अगला भी हो, उसके लिए भी हम वहाँ की सरकार को कहेंगे और वहाँ की पुलिस को भी कहेंगे। तो 295(1) के तहत 725 नंबर FIR 2021 की दिल्ली सिख गुरुद्वारा मैनेजमेंट कमेटी और जो हमारे अन्य संगठन हैं, वहाँ पे सिंह सभाएं हैं, सबकी तरफ से कंप्लेंट दी गई थी, जॉइंट कंप्लेंट, जिस पे आज ये मुकदमा दर्ज हुआ है। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਪੰਜਾਬ ਦੇ ਵਿੱਚ ਦਿੱਤੀਆਂ ਜਾ ਰਹੀਆਂ ਗਰੰਟੀਆਂ ਦੇ ਨਵਜੋਤ ਸਿੰਘ ਸਿੱਧੂ ਨੇ ਤਿੱਖੀ ਪ੍ਰਤੀਕਿਰਿਆ ਦਿਖਾਈ ਹੈ। ਸਿੱਧੂ ਨੇ ਆਖਿਆ ਹੈ ਕਿ ਕੇਜਰੀਵਾਲ 26 ਲੱਖ ਨੌਕਰੀਆਂ ਦੇਣ ਦੀ ਗੱਲ ਕਰ ਰਹੇ ਨੇ। ਇੱਕ ਨੌਕਰੀ ਦੀ 30,000 ਰੁਪਏ ਤਨਖਾਹ ਹੈ ਅਤੇ 26 ਲੱਖ ਨੌਕਰੀਆਂ ਦਾ ਹਿਸਾਬ 93,000 ਕਰੋੜ ਰੁਪਏ ਬਣਦਾ ਹੈ। ਇਸ ਤੋਂ ਬਾਅਦ ਇੱਕ ਬੀਬੀ ਨੂੰ 1,000 ਰੁਪਏ ਮਹੀਨੇ ਦਾ ਦੇਣ ਦੀ ਗੱਲ ਵੀ ਆਖੀ ਜਾ ਰਹੀ ਹੈ। ਇਹ 12,000 ਕਰੋੜ ਰੁਪਏ ਸਾਲ ਦਾ ਬਣਦਾ ਹੈ। ਫਿਰ ਕੇਜਰੀਵਾਲ 2 ਕਿਲੋਵਾਟ ਬਿਜਲੀ ਫ੍ਰੀ ਦੇਣ ਦੀ ਗੱਲ ਕਰ ਰਹੇ ਨੇ। ਇਸ ਦਾ 3600 ਕਰੋੜ ਰੁਪਇਆ ਬਣਦਾ ਹੈ। ਇਹ ਸਭ ਨੂੰ ਮਿਲਾ ਕੇ 1,10,000 ਕਰੋੜ ਰੁਪਏ ਬਣਦਾ ਹੈ, ਜਦ ਕਿ ਬਜਟ 72,000 ਕਰੋੜ ਰੁਪਏ ਹੈ। ਅਜਿਹੇ ਖੋਖਲੇ ਵਾਅਦੇ ਕਰਨੇ ਬੰਦ ਕੀਤੇ ਜਾਣੇ ਚਾਹੀਦੇ ਨੇ। ਸਿੱਧੂ ਨੇ ਕਿਹਾ ਹੈ ਕਿ ਮੇਰਾ ਪੰਜਾਬ ਮਾਡਲ ਇਹ ਨਹੀਂ ਕਹਿੰਦਾ ਕਿ ਖਜ਼ਾਨਾ ਖਾਲੀ ਕਿਵੇਂ ਹੋਇਆ ਹੈ, ਪੰਜਾਬ ਮਾਡਲ ਇਹ ਕਹਿੰਦਾ ਹੈ ਕਿ ਖਜ਼ਾਨਾ ਭਰਨਾ ਕਿਵੇਂ ਆ। ਉਹਨਾਂ ਨੇ ਕਿਹਾ ਹੈ ਕਿ ਕੇਜਰੀਵਾਲ ਨੇ ਦਿੱਲੀ ਦੇ ਵਿੱਚ ਵਧੀਆ ਕੰਮ ਕੀਤੇ ਨੇ, ਇਸੇ ਦੇ ਲਈ ਉਹਨਾਂ ਨੂੰ ਦਿੱਲੀ ਦਾ ਮੁੱਖ ਮੰਤਰੀ ਬਣਾਇਆ ਗਿਆ ਹੈ। ਪਰ ਪੰਜਾਬ ਅਤੇ ਦਿੱਲੀ ਦੇ ਵਿੱਚ ਬਹੁਤ ਫਰਕ ਹੈ। ਦਿੱਲੀ ਆਤਮ ਨਿਰਭਰ ਸੂਬਾ ਹੈ, ਪਰ ਪੰਜਾਬ ਸਿਰ 7 ਲੱਖ ਕਰੋੜ ਰੁਪਏ ਦਾ ਕਰਜ਼ਾ ਹੈ। ਸਿੱਧੂ ਨੇ ਕਿਹਾ ਹੈ ਕਿ ਸਾਡੇ ਮੁੱਖ ਮੰਤਰੀ ਜਿਹੜੇ ਵੀ ਐਲਾਨ ਕਰਨਗੇ, ਕਿਹਾ ਹੈ ਕਿ ਪਾਰਟੀ ਉਹਨਾਂ ਦੇ ਨਾਲ ਡਟ ਕੇ ਖੜੀ ਹੈ। ਪਾਰਟੀ ਮਾਡਲ ਦੇਵੇਗੀ ਜਿਸ ਦੇ ਨਾਲ ਖਜ਼ਾਨਾ ਭਰੇਗਾ। ਵੇਖੋ ਬਾਬਾ ਨਾਮਦੇਵ, ਸੰਤ ਕਬੀਰ, ਬਾਬਾ ਫਰੀਦ, ਸਾਈਂ ਮੀਆਂ ਮੀਰ ਨੇ ਉੱਥੇ ਨੀਂਹ ਰੱਖੀ। ਮੇਰੀ ਗੱਲ ਨੂੰ ਸਮਝੋ ਕਿ ਉਹ ਸਰਬ ਸਾਂਝੀ ਬਾਣੀ ਜਿਹਦਾ ਪ੍ਰਤਾਪ ਜਗਤਗੁਰੂ ਮੇਰੇ ਬਾਬਾ ਨਾਨਕ, ਜਿਹਦਾ ਮੈਂ ਕੂਕਰ ਹਾਂ, ਨੌਕਰ ਹਾਂ, ਜਿਹਨੇ ਸਾਰੇ ਵਿਸ਼ਵ ਦੇ ਵਿੱਚ ਜਿਹਦੀ ਵਿਚਾਰਧਾਰਾ ਦੀ ਖੁਸ਼ਬੂ ਹੈ, ਫੁੱਲਾਂ ਦੀ ਖੁਸ਼ਬੂ ਹਵਾ ਤੋਂ ਵਿਪਰੀਤ ਨਹੀਂ ਆਉਂਦੀ। ਲੇਕਿਨ ਕੋਈ ਪ੍ਰੋਫਿਟ, ਕੋਈ ਮਸੀਹਾ, ਕੋਈ ਜਗਤਗੁਰੂ, ਉਹਦੀ ਜਿਹੜੀ ਵਿਚਾਰਧਾਰਾ ਹੈ ਉਹ ਤਾਂ ਸਾਰੇ ਪਾਸੇ ਫੈਲੂ ਨਾ। यूनिवर्सल ब्रदरहुड, आपसी भाईचारा, मानस की जात सब है, एक है पहचान वो भाई। ये सर्ब सांझी बाणी एक टीवी ते क्यों आवे? ਇਹਦਾ ਵੀ ਧੰਦਾ ਕਰੋਗੇ ਹੈ? ਇਸ ਕਰਕੇ ਅਸੀਂ ਇਹ ਮਾਮਲਾ ਮੈਂ ਪਹਿਲਾਂ ਦਾ ਚੁੱਕਿਆ। ਵੇਖੋ ਪੋਲਿਟਿਕਸ ਨਾ ਕਰੋ, ਮੈਂ ਨਿਆਣਾ ਨਹੀਂ ਸਿਆਣਾ, ਠੀਕ ਹੈ ਨੇ ਉਹ, ਔਰ ਪੰਜਾਬ ਕਾਂਗਰਸ ਦਾ ਪ੍ਰਧਾਨ ਆ। ਇਸ ਕਰਕੇ ਆਲ ਦਾ ਵੈਰੀ ਬੈਸਟ। ਕੇਂਦਰੀ ਮੰਤਰੀ ਮੰਡਲ ਦੇ ਵੱਲੋਂ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਵਾਲੇ ਬਿੱਲ ਨੂੰ ਕੈਬਨਿਟ ਦੀ ਮਨਜ਼ੂਰੀ ਮਿਲ ਗਈ ਹੈ। ਇਸ ਸੰਬੰਧ ਵਿੱਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵੱਲੋਂ ਇੱਕ ਟਵੀਟ ਕੀਤਾ ਗਿਆ ਹੈ, ਜਿਸ ਦੇ ਵਿੱਚ ਉਹਨਾਂ ਨੇ ਖੇਤੀ ਕਾਨੂੰਨ ਰੱਦ ਹੋਣ ਤੇ ਕਿਸਾਨਾਂ ਨੂੰ ਵਧਾਈ ਦਿੱਤੀ ਹੈ। ਕੈਪਟਨ ਨੇ ਟਵੀਟ ਦੇ ਵਿੱਚ ਲਿਖਿਆ ਹੈ ਕਿ ਕਿਸਾਨਾਂ ਨੂੰ ਵਧਾਈਆਂ। ਕੇਂਦਰੀ ਮੰਤਰੀ ਮੰਡਲ ਨੇ ਅੱਜ 3 ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੇ ਲਈ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ। ਮੈਨੂੰ ਯਕੀਨ ਹੈ ਕਿ ਸਾਡੇ ਕਿਸਾਨ ਜਲਦੀ ਹੀ ਆਪਣੇ ਪਰਿਵਾਰਾਂ ਸਮੇਤ ਵਾਪਸ ਪਰਤ ਆਉਣਗੇ। ਦੱਸ ਦਈਏ ਕਿ ਨਵਾਂ ਬਿੱਲ ਹੁਣ 29 ਨਵੰਬਰ ਤੋਂ ਸ਼ੁਰੂ ਹੋ ਰਿਹਾ ਹੈ। ਸੰਸਦ ਦੇ ਸਰਦਰੁੱਤ ਸੈਸ਼ਨ ਦੇ ਵਿੱਚ ਪਾਸ ਹੋਣ ਦੇ ਲਈ ਲੋਕ ਸਭਾ ਦੇ ਵਿੱਚ ਪੇਸ਼ ਕੀਤਾ ਜਾਏਗਾ। ਜਿੱਥੇ ਇੱਕ ਪਾਸੇ ਪੂਰਾ ਦੇਸ਼ ਵਿੱਚ ਕਰੋਨਾ ਮਹਾਮਾਰੀ ਦਾ ਕਹਿਰ ਘਟ ਰਿਹਾ ਹੈ, ਉੱਥੇ ਹੀ ਨਵੇਂ ਮਾਮਲੇ ਸਾਹਮਣੇ ਆ ਰਹੇ ਨੇ। ਤਾਜ਼ਾ ਮਾਮਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਦੇ ਪਿੰਡ ਵੜਿੰਗ ਖੇੜਾ ਦੇ ਸਰਕਾਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਤੋਂ ਸਾਹਮਣੇ ਆਇਆ ਹੈ, ਜਿੱਥੇ ਕਿ ਪਿਛਲੇ ਵੀਰਵਾਰ ਨੂੰ 8ਵੀਂ ਕਲਾਸ ਦਾ ਇੱਕ ਵਿਦਿਆਰਥੀ ਕਰੋਨਾ ਪੋਜ਼ਿਟਿਵ ਪਾਇਆ ਗਿਆ ਸੀ, ਜਿਸ ਦੇ ਚੱਲਦੇ ਸਿਹਤ ਵਿਭਾਗ ਦੇ ਵੱਲੋਂ ਉਸ ਸਕੂਲ ਅਤੇ ਉਸ ਜਮਾਤ ਦੇ ਬਾਕੀ ਵਿਦਿਆਰਥੀਆਂ ਦਾ ਵੀ ਕਰੋਨਾ ਟੈਸਟ ਕੀਤਾ ਗਿਆ ਸੀ, ਜਿਸ ਦੇ ਨਤੀਜੇ ਸਾਹਮਣੇ ਆਏ ਨੇ, ਜਿਨ੍ਹਾਂ ਦੇ ਵਿੱਚ ਅੱਜ ਕੁੱਲ
13 ਵਿਦਿਆਰਥੀ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਸਿਹਤ ਵਿਭਾਗ ਦੇ ਵੱਲੋਂ ਪੂਰੀ ਤਰ੍ਹਾਂ ਦੇ ਨਾਲ ਸਕੂਲ ਦੇ ਸਟਾਫ ਅਤੇ ਬਾਕੀ ਵਿਦਿਆਰਥੀ ਕਰੋਨਾ ਟੈਸਟ ਕੀਤੇ ਗਏ ਸਨ। ਪੰਜਾਬ ਸਰਕਾਰ ਦੇ ਵੱਲੋਂ 8ਵੀਂ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਸਕੂਲ ਸ਼ੁਰੂ ਕੀਤੇ ਗਏ ਸਨ ਤਾਂ ਜੋ ਵਿਦਿਆਰਥੀਆਂ ਦੀ ਪੜ੍ਹਾਈ ਦਾ ਨੁਕਸਾਨ ਨਾ ਹੋ ਸਕੇ। ਪਰੰਤੂ ਇਸ ਸੰਬੰਧ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਵੱਖ-ਵੱਖ ਸਕੂਲਾਂ ਦੇ ਸਟਾਫ ਅਤੇ ਬੱਚਿਆਂ ਦੇ ਕਰੋਨਾ ਟੈਸਟ ਵੀ ਕੀਤੇ ਜਾ ਰਹੇ ਨੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਡਾਕਟਰ ਰੰਜੂ ਸਿੰਗਲਾ ਨੇ ਕਿਹਾ ਹੈ ਕਿ ਕੁਝ ਦਿਨ ਪਹਿਲਾਂ ਪਿੰਡ ਵੜਿੰਗਖੇੜਾ ਦੇ ਸਰਕਾਰੀ ਸਕੂਲ ਜਵਾਹਰ ਨਵੋਦਿਆ ਵਿਦਿਆਲਿਆ ਦੇ ਵਿੱਚ ਕਰੋਨਾ ਦੇ ਟੈਸਟ ਕੀਤੇ ਗਏ ਸਨ, ਜਿਨ੍ਹਾਂ ਦੇ ਵਿੱਚ ਪਿਛਲੇ ਵੀਰਵਾਰ ਨੂੰ 8ਵੀਂ ਜਮਾਤ ਦਾ ਇੱਕ ਵਿਦਿਆਰਥੀ ਕਰੋਨਾ ਪੋਜ਼ਿਟਿਵ ਪਾਇਆ ਗਿਆ ਸੀ। ਉਸ ਤੋਂ ਬਾਅਦ ਹੀ ਉਸ ਦੇ ਨਾਲ ਦੇ ਵਿਦਿਆਰਥੀਆਂ ਦੇ ਵੀ ਟੈਸਟ ਕੀਤੇ ਗਏ ਨੇ, ਜਿਨ੍ਹਾਂ ਦੇ ਵਿੱਚ 13 ਵਿਦਿਆਰਥੀ ਕਰੋਨਾ ਪੋਜ਼ਿਟਿਵ ਪਾਏ ਗਏ ਨੇ, ਜਿਨ੍ਹਾਂ ਦੇ ਵਿੱਚ 8ਵੀਂ ਅਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਨੇ। ਸਿਹਤ ਵਿਭਾਗ ਦੇ ਵੱਲੋਂ ਇਸ ਨੂੰ ਮਾਈਕਰੋ ਕੰਟੇਨਮੈਂਟ ਜ਼ੋਨ ਐਲਾਨ ਦਿੱਤਾ ਗਿਆ ਹੈ। ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨੂੰ ਸਕੂਲ ਬੰਦ ਕਰਨ ਦੇ ਹੁਕਮ ਦੇ ਦਿੱਤੇ ਗਏ ਸਨ। ਇਹ ਪਿੰਡ ਵੜਿੰਗਖੇੜਾ ਦੇ ਵਿੱਚ ਜਵਾਹਰ ਨਵੋਦਿਆ ਸਕੂਲ ਹੈਗਾ, ਜਿਹਦੇ ਵਿੱਚੋਂ 14 ਬੱਚੇ ਪੋਜ਼ਿਟਿਵ ਆਏ ਆ। ਇੱਕ ਬੱਚਾ ਜਿਹੜਾ ਹੈ ਉਹ ਵੀਰਵਾਰ ਨੂੰ ਪੋਜ਼ਿਟਿਵ ਆਇਆ ਸੀ ਪਿਛਲੇ, ਤੇ ਉਸ ਤੋਂ ਬਾਅਦ ਉਹਦੇ ਜਿਹੜੇ ਵੀ ਸਕੂਲ ਦੇ ਕੰਟੈਕਟ ਸੀਗੇ ਉਹ ਸਾਰਿਆਂ ਦੇ ਸੈਂਪਲ ਲਏ ਗਏ, ਜਿਨ੍ਹਾਂ ਦੇ ਵਿੱਚੋਂ ਅੱਜ ਜਿਹੜੀ ਰਿਪੋਰਟ ਆਈ ਆ ਉਹ 13 ਬੱਚੇ ਜਿਹੜੇ ਹੈਗੇ ਆ ਉਹ ਪੋਜ਼ਿਟਿਵ ਆ ਗਏ ਆ। ਟੋਟਲ 14 ਬੱਚੇ ਸਾਡੇ ਉਸ ਸਕੂਲ ਦੇ ਪੋਜ਼ਿਟਿਵ ਹੈ, ਜਿਹਦੇ ਵਾਸਤੇ ਅਸੀਂ ਮਾਈਕਰੋ ਕੰਟੇਨਮੈਂਟ ਏਰੀਆ ਉਹਨੂੰ ਘੋਸ਼ਿਤ ਕਰਤਾ, ਸਕੂਲ ਬੰਦ ਕਰਨ ਦੇ ਹੁਕਮ ਜਾਰੀ ਕਰਤੇ। ਬੱਚੇ ਜਿਹੜੇ ਹੈਗੇ ਆ 8ਵੀਂ ਕਲਾਸ ਦੇ ਆ ਤੇ 9ਵੀਂ ਕਲਾਸ ਦੇ ਆ। ਦੂਸਰੇ ਵਿਦਿਆਰਥੀਆਂ ਦੇ ਹੋਏ ਟੈਸਟਿੰਗ ਸਾਰਿਆਂ ਦੀ ਹੋ ਗਈ ਹੈ। ਟੋਟਲ ਉੱਥੇ 390 ਬੱਚੇ ਹੈਗੇ ਆ ਇਨਕਲੂਡਿੰਗ ਸਟਾਫ, ਤੇ ਸੈਂਪਲਿੰਗ ਹੋ ਗਈ ਹੈ ਤੇ ਪੋਜ਼ਿਟਿਵ ਜਿਹੜੇ ਹੈਗੇ ਆ ਉਹ ਟੋਟਲ 14 ਬੱਚੇ ਆ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਲ 2022 ਦੇ ਵਿੱਚ ਹੋਣ ਜਾ ਰਹੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਲਈ ਪਾਰਟੀ ਦੇ ਇੱਕ ਹੋਰ ਉਮੀਦਵਾਰ ਦਾ ਐਲਾਨ ਕਰ ਦਿੱਤਾ ਹੈ। ਵਿਧਾਨ ਸਭਾ ਹਲਕਾ ਲੁਧਿਆਣਾ ਨਾਰਥ ਤੋਂ ਪਾਰਟੀ ਦੇ ਸੀਨੀਅਰ ਆਗੂ ਆਰ.ਡੀ. ਸ਼ਰਮਾ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਹੋਣਗੇ। ਆਰ.ਡੀ. ਸ਼ਰਮਾ ਲਗਾਤਾਰ 3 ਵਾਰ ਲੁਧਿਆਣਾ ਕਾਰਪੋਰੇਸ਼ਨ ਦੇ ਵਿੱਚ ਕੌਂਸਲਰ ਰਹੇ ਨੇ ਅਤੇ ਪਿਛਲੀ ਕਾਰਪੋਰੇਸ਼ਨ ਦੇ ਵਿੱਚ ਉਹ ਡਿਪਟੀ ਮੇਅਰ ਦੇ ਅਹੁਦੇ ਤੇ ਵੀ ਰਹੇ ਨੇ। ਅੱਜ ਇਸ ਦਾ ਐਲਾਨ ਦੇ ਨਾਲ ਸ਼੍ਰੋਮਣੀ ਅਕਾਲੀ ਦਲ ਨੇ ਹੁਣ ਤੱਕ ਕੁੱਲ 84 ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਇਹ ਜਾਣਕਾਰੀ ਪਾਰਟੀ ਦੇ ਮੁੱਖ ਦਫ਼ਤਰ ਤੋਂ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਡਾਕਟਰ ਦਲਜੀਤ ਸਿੰਘ ਚੀਮਾ ਨੇ ਦਿੱਤੀ ਹੈ। ਸੁਖਬੀਰ ਸਿੰਘ ਬਾਦਲ ਨੇ ਕਿਸਾਨ ਵਿੰਗ ਦੇ ਪ੍ਰਧਾਨ ਸਰਦਾਰ ਸਿਕੰਦਰ ਸਿੰਘ ਮਲੂਕਾ ਦੇ ਨਾਲ ਸਲਾਹ ਮਸ਼ਵਰਾ ਕਰਨ ਤੋਂ ਬਾਅਦ ਕਿਸਾਨ ਵਿੰਗ ਦੇ ਜਥੇਬੰਦਕ ਢਾਂਚੇ ਦਾ ਵੀ ਐਲਾਨ ਕੀਤਾ ਹੈ। ਡਾਕਟਰ ਦਲਜੀਤ ਸਿੰਘ ਚੀਮਾ ਨੇ ਦੱਸਿਆ ਹੈ ਕਿ ਪਿਛਲੇ ਲੰਬੇ ਸਮੇਂ ਤੋਂ ਜੁੜੇ ਕਿਸਾਨ ਆਗੂਆਂ ਨੂੰ ਪਾਰਟੀ ਦੇ ਜਥੇਬੰਦਕ ਢਾਂਚੇ ਦੇ ਵਿੱਚ ਸ਼ਾਮਿਲ ਕੀਤਾ ਗਿਆ ਹੈ। ਡਾਕਟਰ ਚੀਮਾ ਨੇ ਦੱਸਿਆ ਹੈ ਕਿ ਸਰਦਾਰ ਗੁਰਧਿਆਨ ਸਿੰਘ ਮਹਿਤਾ ਨੂੰ ਪ੍ਰਧਾਨ, ਜ਼ਿਲ੍ਹਾ ਅੰਮ੍ਰਿਤਸਰ ਸਵਰਨ ਸਿੰਘ ਅਕਾਲੀਆ ਨੂੰ ਪ੍ਰਧਾਨ, ਜ਼ਿਲ੍ਹਾ ਬਠਿੰਡਾ ਅਤੇ ਸੁਰਜੀਤ ਸਿੰਘ ਗੜੀ ਨੂੰ ਕਿਸਾਨ ਵਿੰਗ ਦਾ ਜ਼ਿਲ੍ਹਾ ਪਟਿਆਲਾ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਹਵਾ ਪ੍ਰਦੂਸ਼ਣ ਵਧਣ ਤੋਂ ਬਾਅਦ ਬੰਦ ਕੀਤੇ ਗਏ ਦਿੱਲੀ ਦੇ ਸਕੂਲਾਂ ਅਤੇ ਕਾਲਜਾਂ ਦੇ ਵਿੱਚ ਜਮਾਤਾਂ 29 ਨਵੰਬਰ ਤੋਂ ਫਿਰ ਸ਼ੁਰੂ ਕੀਤੀਆਂ ਜਾਣਗੀਆਂ। ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਸਾਰੇ ਸਰਕਾਰੀ ਦਫ਼ਤਰ ਸੋਮਵਾਰ ਤੋਂ ਖੁੱਲਣਗੇ। ਕਰਮਚਾਰੀਆਂ ਨੂੰ ਜਨਤਕ ਵਾਹਨਾਂ ਦੇ ਵਿੱਚ ਯਾਤਰਾ ਕਰਨ ਦਾ ਸੁਝਾਅ ਦਿੱਤਾ ਗਿਆ ਹੈ ਅਤੇ ਉਹਨਾਂ ਦੇ ਲਈ ਵਿਸ਼ੇਸ਼ ਬੱਸਾਂ ਦੀ ਵਿਵਸਥਾ ਵੀ ਕੀਤੀ ਜਾਵੇਗੀ। ਉਹਨਾਂ ਨੇ ਕਿਹਾ ਹੈ ਕਿ ਦਿੱਲੀ ਦੇ ਸਾਰੇ ਸਰਕਾਰੀ ਦਫ਼ਤਰ ਸੋਮਵਾਰ ਨੂੰ ਖੁੱਲਣਗੇ। ਕਰਮੀਆਂ ਨੂੰ ਜਨਤਕ ਵਾਹਨਾਂ ਦੇ ਵਿੱਚ ਯਾਤਰਾ ਕਰਨ ਦਾ ਸੁਝਾਅ ਇੱਕ ਮੁੱਢਲਾ ਸੁਝਾਅ ਹੈ। ਉਹਨਾਂ ਨੇ ਦੱਸਿਆ ਹੈ ਕਿ ਵਿਸ਼ੇਸ਼ ਬੱਸਾਂ ਦੀ ਵਿਵਸਥਾ ਵੀ ਕੀਤੀ ਜਾ ਰਹੀ ਹੈ। ਮੰਤਰੀ ਦੇ ਸੀਨੀਅਰ ਅਧਿਕਾਰੀ ਦੇ ਨਾਲ ਸਮੀਖਿਆ ਬੈਠਕ ਕਰਨ ਤੋਂ ਬਾਅਦ ਕਿਹਾ ਗਿਆ ਹੈ ਕਿ ਜ਼ਰੂਰੀ ਸੇਵਾਵਾਂ ਦੇ ਵਿੱਚ ਲੱਗ ਕੇ ਸਿਰਫ ਸੰਕੁਚਿਤ ਕੁਦਰਤ ਗੈਸ ਸੰਚਾਲਿਤ ਇਲੈਕਟ੍ਰੋਨਿਕ ਵਾਹਨਾਂ ਨੂੰ 27 ਨਵੰਬਰ ਤੋਂ ਸ਼ਹਿਰ ਦੇ ਵਿੱਚ ਆਉਣ ਦੀ ਮਨਜ਼ੂਰੀ ਦਿੱਤੀ ਜਾਵੇਗੀ। ਹੋਰ ਵਾਹਨਾਂ ਤੇ 3 ਦਸੰਬਰ ਤੱਕ ਰੋਕ ਜਾਰੀ ਰਹੇਗੀ। ਦਿੱਲੀ ਸਰਕਾਰ ਨੇ ਹਵਾ ਦੀ ਗੁਣਵੱਤਾ ਦੇ ਵਿੱਚ ਸੁਧਾਰ ਅਤੇ ਮਜ਼ਦੂਰਾਂ ਨੂੰ ਹੋ ਰਹੀ ਅਸਹੂਲਤ ਨੂੰ ਦੇਖਦੇ ਹੋਏ ਨਿਰਮਾਣ ਅਤੇ ਭੰਨਤੋੜ ਦੇ ਨਾਲ ਸੰਬੰਧਿਤ ਗਤੀਵਿਧੀਆਂ ਤੇ ਲੱਗੀ ਰੋਕ ਸੋਮਵਾਰ ਨੂੰ ਹਟਾ ਦਿੱਤੀ ਸੀ। ਹਵਾ ਪ੍ਰਦੂਸ਼ਣ ਵਧਣ ਤੋਂ ਬਾਅਦ 13 ਨਵੰਬਰ ਨੂੰ ਸ਼ਹਿਰ ਦੇ ਸਾਰੇ ਸਕੂਲ, ਕਾਲਜ ਅਤੇ ਹੋਰ ਸਿੱਖਿਆ ਸੰਸਥਾਵਾਂ ਬੰਦ ਕਰ ਦਿੱਤੀਆਂ ਗਈਆਂ ਸਨ। ਕੋਰੋਨਾ ਮਹਾਮਾਰੀ ਦੇ ਚੱਲਦਿਆਂ 2020 ਦੇ ਵਿੱਚ 에ਅਰ ਕੈਨੇਡਾ ਦੀਆਂ ਕਈ ਅਮਰੀਕੀ ਉਡਾਣਾਂ ਰੱਦ ਹੋ ਗਈਆਂ ਸਨ। ਇਸ ਮਗਰੋਂ 에ਅਰ ਕੈਨੇਡਾ ਯਾਤਰੀਆਂ ਨੂੰ ਰੱਦ ਹੋਈਆਂ ਉਡਾਣਾਂ ਦੇ ਟਿਕਟਾਂ ਦੇ ਪੈਸੇ ਵੀ ਰੀਫੰਡ ਕਰਨ ਦੇ ਵਿੱਚ ਅਸਫਲ ਰਿਹਾ, ਜਿਸ ਤੇ ਉਸ ਨੂੰ ਕਾਨੂੰਨੀ ਅੜਚਣਾਂ ਦਾ ਸਾਹਮਣਾ ਕਰਨਾ ਪਿਆ। ਹੁਣ ਜਾ ਕੇ 에ਅਰ ਕੈਨੇਡਾ ਇਸ ਮਾਮਲੇ ਦੇ ਵਿੱਚ ਅਮਰੀਕਾ ਨੂੰ 4.5 ਮਿਲੀਅਨ ਅਮਰੀਕੀ ਡਾਲਰ ਦੇਣ ਦੇ ਲਈ ਰਾਜੀ ਹੋ ਗਿਆ ਹੈ। ਅਮਰੀਕਾ ਦੇ ਟਰਾਂਸਪੋਰਟੇਸ਼ਨ ਵਿਭਾਗ ਨੇ ਕਿਹਾ ਹੈ ਕਿ 에ਅਰ ਕੈਨੇਡਾ ਦੇ ਨਾਲ ਹੋਇਆ ਇਹ ਸਮਝੌਤਾ ਉਸ ਕਾਨੂੰਨੀ ਕਾਰਵਾਈ ਨੂੰ ਹੱਲ ਕਰੇਗਾ ਜਿਹੜਾ ਅਮਰੀਕਾ ਦੀ ਐਵੀਏਸ਼ਨ ਕੰਜ਼ਿਊਮਰ ਪ੍ਰੋਟੈਕਸ਼ਨ ਏਜੰਸੀ ਨੇ ਇਸ ਕੰਪਨੀ ਵਿਰੁੱਧ ਸ਼ੁਰੂ ਕੀਤੀ ਸੀ। ਅਮਰੀਕਾ ਦੀ ਪਹਿਲੀ ਮਹਿਲਾ ਜਿਲ ਬਾਈਡਨ ਨੇ ਸੋਮਵਾਰ ਨੂੰ ਵਾਈਟ ਹਾਊਸ ਦੇ ਵਿੱਚ ਸਰਕਾਰੀ ਬਲੂ ਰੂਮ ਦੇ ਵਿੱਚ ਕ੍ਰਿਸਮਸ ਟਰੀ ਦਾ ਉਦਘਾਟਨ ਕਰਕੇ ਛੁੱਟੀਆਂ ਦੇ ਸੀਜ਼ਨ ਦੀ ਸ਼ੁਰੂਆਤ ਕੀਤੀ ਹੈ। ਉਹਨਾਂ ਨੇ ਬਲੂ ਰੂਮ ਦੇ ਵਿੱਚ 5.6 ਮੀਟਰ ਉੱਚਾ ਕ੍ਰਿਸਮਸ ਟਰੀ ਰੱਖਿਆ ਹੈ। ਜਿਲ ਨੇ ਕਿਹਾ ਹੈ ਕਿ ਇਹ ਬਹੁਤ ਸੁੰਦਰ ਹੈ। ਇਸ ਮਗਰੋਂ ਜਿਲ ਰਾਸ਼ਟਰਪਤੀ ਜੋ ਬਾਈਡਨ ਦੇ ਨਾਲ ਉੱਤਰੀ ਕੈਰੋਲੀਨਾ ਦੇ ਵਿੱਚ ਫੌਜ ਦੇ ਫੋਰਟ ਬ੍ਰੈਗ ਦੇ ਵਿੱਚ ਗਈ ਹੈ, ਜਿੱਥੇ ਉਹਨਾਂ ਨੇ ਸੇਵਾ ਕਰਨ ਵਾਲੇ ਮੈਂਬਰਾਂ ਅਤੇ ਫੌਜੀ ਪਰਿਵਾਰਾਂ ਦੇ ਨਾਲ ਫਰੈਂਡਸ ਗਿਵਿੰਗ ਦਾ ਜਸ਼ਨ ਮਨਾਇਆ ਹੈ। ਇਹਨਾਂ ਦੋਵੇਂ ਜਸ਼ਨਾਂ ਦੇ ਨਾਲ ਹੀ ਵਾਈਟ ਹਾਊਸ ਦੇ ਵਿੱਚ ਛੁੱਟੀਆਂ ਦੇ ਸੀਜ਼ਨ ਦੀ
ਸ਼ੁਰੂਆਤ ਹੋਈ ਹੈ, ਜਿਸ ਨੂੰ ਪਿਛਲੇ ਸਾਲ ਨਾਲੋਂ ਜ਼ਿਆਦਾ ਧੂਮਧਾਮ ਦੇ ਨਾਲ ਮਨਾਏ ਜਾਣ ਦੀ ਉਮੀਦ ਹੈ। ਅਜਿਹਾ ਇਸ ਦੇ ਲਈ ਹੈ ਕਿਉਂਕਿ ਜਨਤਕ ਸਿਹਤ ਅਧਿਕਾਰੀਆਂ ਨੇ ਕੋਵਿਡ-19 ਵਿਰੋਧੀ ਟੀਕਾ ਲਗਵਾ ਚੁੱਕੇ ਲੋਕਾਂ ਨੂੰ ਘਰਾਂ ਦੇ ਵਿੱਚ ਰਹਿਣ ਦੀ ਬਜਾਏ ਆਪਣੇ ਅਜ਼ੀਜ਼ਾਂ ਦੇ ਨਾਲ ਬਾਹਰ ਜਸ਼ਨ ਮਨਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਇਹ ਸਨ ਅੱਜ ਦੀਆਂ ਖਾਸ ਖਬਰਾਂ। ਦੇਸ਼ ਵਿਦੇਸ਼ ਦੀਆਂ ਹੋਰ ਖਬਰਾਂ ਦੇਖਣ ਦੇ ਵਾਸਤੇ ਤੁਸੀਂ ਸਾਡੇ YouTube ਚੈਨਲ ਪੰਜਾਬ ਮੇਲ USA TV ਨੂੰ ਕਰੋ ਸਬਸਕ੍ਰਾਈਬ। ਧੰਨਵਾਦ।